ਅੱਜ ਆਪਾਂ ਜੋ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਹੈ ਉਹਦਾ ਵਿਸ਼ਾ ਹੈ ਡੂ ਯੂ ਨੋ ਹੂ ਆਰ ਯੂ। ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ। ਅੱਜ ਆਪਾਂ ਜੋ ਵਚਨ ਦੇ ਵਿੱਚੋਂ ਸਿੱਖਣਾ ਹੈ ਉਸ ਦਾ ਵਿਸ਼ਾ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ। ਤੁਸੀਂ ਸੋਚਦੇ ਹੋਵੋਗੇ ਹੁਣ ਸਾਨੂੰ ਇਹ ਸਿਖਾਊਗੀ ਵੀ ਅਸੀਂ ਕੌਣ ਆ, ਕਿ ਸਾਨੂੰ ਪਤਾ ਨਹੀਂ ਅਸੀਂ ਕੌਣ ਆ। ਪਰ ਅੱਜ ਆਪਾਂ ਜਦੋਂ ਬਾਈਬਲ ਦੇ ਵਿੱਚੋਂ ਦੇਖਣਾ ਆ, ਪਵਿੱਤਰ ਵਚਨ ਦੇ ਵਿੱਚੋਂ ਦੇਖਣਾ ਆ, ਆਪਾਂ ਨੂੰ ਸੱਚੀ ਇਦਾਂ ਹੀ ਸਮਝ ਆਉਣੀ ਜਿੱਦਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਆਪਾਂ ਕੌਣ ਆ, ਤੇ ਅੱਜ ਹੀ ਆਪਾਂ ਨੂੰ ਪਤਾ ਲੱਗਾ ਵੀ ਆਪਾਂ ਕੌਣ ਆ। ਆਪਾਂ ਨੂੰ ਕਿੰਨਾ ਕੁ ਪਤਾ ਹੈ ਆਪਾਂ ਕੌਣ ਆ। ਇੰਨਾ ਹੀ ਪਤਾ ਆ ਗੁਰਮੀਤ, ਹਰਮੀਤ, ਮਨਮੀਤ, ਸੀਤਾ, ਗੀਤਾ, ਰੀਟਾ, ਆਹ ਹੀ ਕੁਛ ਪਤਾ ਵੀ ਆ ਅਸੀਂ। ਮਤਲਬ ਜੋ ਸਾਡੇ ਨੇਮ ਆ ਉਹ ਹੀ ਪਤਾ ਕਿ ਮੈਂ ਫਲਾਨਾ ਆ। ਫਲਾਨੇ ਦੇ ਵਿੱਚ ਕੌਣ ਆ ਨਹੀਂ ਪਤਾ। ਫਲਾਨਾ ਅਸਲ ਵਿੱਚ ਕੌਣ ਆ ਪਤਾ ਹੀ ਨਹੀਂ। ਜਿੱਦਣ ਹਰ ਇਨਸਾਨ ਨੂੰ ਇਹ ਪਤਾ ਲੱਗ ਗਿਆ ਨਾ ਉਹ ਕੌਣ ਆ, ਤੇ ਸ਼ੈਤਾਨ ਦਾ ਬੋਰੀ ਬਿਸਤਰਾ ਉਦਣ ਹੀ ਗੋਲ ਹੋ ਜਾਣਾ। ਹਾਲੇਲੂਇਆ। ਤੇ ਚੰਗੇ ਕੰਮ ਦੀ ਸ਼ੁਰੂਆਤ ਜਿਹੜੀ ਆ ਉਹ ਦੇਰ ਨਾਲ ਨਹੀਂ ਕਰਨੀ ਚਾਹੀਦੀ, ਉਹ ਛੇਤੀ ਕਰ ਲੈਣੀ ਚਾਹੀਦੀ ਆ। ਹਾਲੇਲੂਇਆ। ਤੇ ਕਿੰਨਾ ਚੰਗਾ ਹੋਵੇ ਜੇ ਇਸ ਕੰਮ ਦੀ ਸ਼ੁਰੂਆਤ ਖੋਜੇਵਾਲ ਚਰਚ ਦੇ ਵਿੱਚੋਂ ਹੋ ਜਾਵੇ, ਕਿ ਖੋਜੇਵਾਲ ਦੀ ਕਲੀਸਿਆ ਨੂੰ ਇਹ ਪਤਾ ਲੱਗ ਜਾਵੇ ਕਿ ਉਹ ਕੌਣ ਆ, ਔਰ ਫਿਰ ਉਹ ਵੈਰੀ ਦਾ ਬਿਸਤਰਾ ਗੋਲ ਕਰਨ ਵਾਲੇ ਬਣ ਜਾਣ ਤੇ ਕਿੰਨੀਆਂ ਮੌਜਾਂ ਲੱਗਣਗੀਆਂ। ਹਾਲੇਲੂਇਆ। ਕਿਉਂਕਿ ਅਸੀਂ ਡਿਫਰੈਂਟ ਸ਼ਹਿਰਾਂ ਤੋਂ ਆਉਂਦੇ ਹਾਂ, ਅਸੀਂ ਡਿਫਰੈਂਟ ਪਿੰਡਾਂ ਚੋਂ ਆਉਂਦੇ ਹਾਂ, ਅਸੀਂ ਡਿਫਰੈਂਟ ਨੇਸ਼ਨਸ ਤੋਂ ਆਉਂਦੇ ਹਾਂ। ਤਾਂ ਜਦੋਂ ਇੱਕ ਬੰਦਾ ਜਿਹਨੂੰ ਇਹ ਪਤਾ ਲੱਗ ਜਾਵੇ ਬਈ ਮੈਂ ਕੌਣ ਆ, ਉਹ ਜਾ ਕੇ ਦੂਜਿਆਂ ਨੂੰ ਦੱਸੇ ਬਈ ਤੂੰ ਕੌਣ ਆ, ਤਾਂ ਫਿਰ ਜਿੱਦਾਂ ਰੀਣਕ ਜਾਗ ਵੱਡੇ ਸਾਰੇ ਤਸਲੇ ਦੇ ਦੁੱਧ ਨੂੰ ਦਹੀਂ ਬਣਾ ਦਿੰਦਾ ਨਾ, ਪੂਰੇ ਦਾ ਪੂਰਾ ਹੀ ਜੰਮ ਜਾਂਦਾ ਆ। ਉਹ ਏਦਾਂ ਅਸੀਂ ਕੰਮ ਕਰਨਾ, ਫਿਰ ਪੂਰੇ ਦੇ ਪੂਰੇ ਹੀ ਜਿਹੜੇ ਆ ਨਾ, ਪੂਰੇ ਹੀ ਉਹ ਸਾਰੇ ਨੂੰ ਆਪਣੇ ਰੰਗ ਦੇ ਵਿੱਚ ਲੈ ਲੈਣਾ, ਜਿਸ ਰੰਗ 'ਚ ਪਰਮੇਸ਼ਵਰ ਨੇ ਸਾਨੂੰ ਰੰਗਿਆ ਆ। ਹਾਲੇਲੂਇਆ। ਵੈਰੀ ਨਹੀਂ ਚਾਹੁੰਦਾ ਕਿ ਸਾਨੂੰ ਪਤਾ ਲੱਗੇ ਵੀ ਅਸੀਂ ਕੌਣ ਆ। ਵੈਰੀ ਦਾ ਜ਼ੋਰ ਕੀ ਲੱਗਾ ਹੋਇਆ ਆ। ਇਸ ਵੇਲੇ ਜਿੰਨਾ ਵੀ ਕੰਮ ਵੈਰੀ ਵੱਲੋਂ ਕੀਤਾ ਜਾ ਰਿਹਾ, ਮੈਂ ਵੈਰੀ ਤੁਹਾਡੇ ਗੁਆਂਢੀਆਂ ਨੂੰ ਜਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਨਹੀਂ ਕਹਿ ਰਹੀ। ਵੈਰੀ ਉਹ ਆ ਜਿਹੜਾ ਸਾਨੂੰ ਪਰਮੇਸ਼ਵਰ ਦੇ ਨੇੜੇ ਜਾਣ ਤੋਂ ਤੇ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਤੋਂ ਰੋਕਦਾ ਆ। ਭਾਵ ਜਿਹੜਾ ਸਾਨੂੰ ਉਹ ਕੰਮ ਕਰਨ ਦੇ ਲਈ ਉਕਸਾਉਂਦਾ ਆ ਜਿਹੜੇ ਕੰਮ ਪਰਮੇਸ਼ਵਰ ਨੂੰ ਨਹੀਂ ਪਸੰਦ ਆ। ਔਰ ਉਸ ਵੈਰੀ ਦਾ ਨਾਮ ਲੂਸੀਫਰ ਆ। ਉਹਨੂੰ ਤੁਸੀਂ ਸ਼ੈਤਾਨ ਕਹਿੰਦੇ, ਉਹਨੂੰ ਤੁਸੀਂ ਭੂਤ ਕਹਿੰਦੇ, ਪ੍ਰੇਤ ਕਹਿੰਦੇ, ਮਤਲਬ ਬੁਰੀਆਂ ਸ਼ਕਤੀਆਂ ਦਾ ਜਿਹੜਾ ਬਾਦਸ਼ਾਹ ਆ, ਉਹ ਸਾਡਾ ਵੈਰੀ ਆ। ਔਰ ਉਹਦਾ ਜ਼ੋਰ ਕੀ ਲੱਗਾ ਹੋਇਆ ਆ ਕਿ ਉਹ ਖਿੱਚ ਧੂ ਕੇ ਮਨੁੱਖ ਨੂੰ ਹਨੇਰੇ ਵਿੱਚ ਰੱਖ ਸਕੇ। ਉਹਦਾ ਜ਼ੋਰ ਇਹੀ ਲੱਗਾ ਆ। ਜੇ ਤੁਹਾਡੇ ਉੱਤੇ ਬਿਮਾਰੀਆਂ ਆ ਰਹੀਆਂ ਆ ਜਾਂ ਉਹ ਭੇਜ ਰਿਹਾ ਆ, ਇਹ ਉਹਦੇ ਉਸੇ ਹੀ ਜ਼ੋਰ ਦਾ ਇੱਕ ਹਿੱਸਾ ਆ। ਉਹ ਤੁਹਾਨੂੰ ਬਿਮਾਰੀਆਂ ਦੇ ਰਾਹੀਂ ਵੀ ਹਨੇਰੇ ਵਿੱਚ ਰੱਖਣਾ ਚਾਹੁੰਦਾ ਆ, ਸਮੱਸਿਆਵਾਂ ਦੇ ਰਾਹੀਂ ਵੀ ਹਨੇਰੇ ਵਿੱਚ ਰੱਖਣਾ ਚਾਹੁੰਦਾ ਆ, ਤੁਹਾਡੇ ਕੋਲੋਂ ਪਾਪ ਕਰਵਾਉਂਦਾ ਆ ਬਾਰ-ਬਾਰ, ਤਾਂ ਜੋ ਤੁਹਾਨੂੰ ਹਨੇਰੇ ਦੇ ਵਿੱਚ ਰੱਖ ਸਕੇ। ਕਿਉਂਕਿ ਉਹ ਸਾਨੂੰ ਹਨੇਰੇ ਵਿੱਚ ਇਸ ਲਈ ਰੱਖਣਾ ਚਾਹੁੰਦਾ ਆ ਕਿਤੇ ਇਹਨਾਂ ਨੂੰ ਸਮਝ ਨਾ ਆ ਜਾਵੇ ਇਹ ਕੌਣ ਆ, ਕਿਤੇ ਇਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਨਾ ਲੈਣ, ਇਹ ਪਹਿਚਾਨ ਨਾ ਲੈਣ ਵੀ ਮੈਂ ਕਿਹਦੇ ਵਰਗਾ ਆ। ਇਸ ਲਈ ਉਹਦੀ ਸਾਰੀ ਕੋਸ਼ਿਸ਼ ਆ ਕਿ ਉਹ ਸਾਡੀ ਪਹਿਚਾਣ ਨੂੰ ਦਬਾਉਣਾ ਚਾਹੁੰਦਾ ਆ, ਸਾਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦਾ ਆ। ਔਰ ਉਹ ਨਹੀਂ ਚਾਹੁੰਦਾ ਕਿ ਸਾਨੂੰ ਸਮਝ ਆ ਜਾਵੇ ਕਿ ਅਸੀਂ ਕੌਣ ਆ। ਪਰ ਵਚਨ ਸਾਨੂੰ ਦੱਸਦਾ ਆ ਅਸੀਂ ਕੌਣ ਆ। ਅੱਜ ਆਪਾਂ ਦੇਖਣਾ ਆ ਵੈਰੀ ਸਾਨੂੰ ਕੀ ਦੱਸਦਾ ਆ ਵੀ ਤੁਸੀਂ ਕੌਣ ਆ, ਤੇ ਵਚਨ ਸਾਨੂੰ ਕੀ ਦੱਸਦਾ ਵੀ ਤੁਸੀਂ ਕੌਣ ਆ।
आओ आपां अज इसे चीज़ की सियाण करनी है बाणी दे राहीं। तुसीं जदों निराश हुंदे आ उदों वैरी तुहाडी पहचान नूं छुपाउण दी कोशिश कर रहा हुंदा है। इस भेत नूं समझण दी कोशिश करियो प्लीज़। परमेश्वर दे अगे प्रार्थना करो कि प्रभु अज दा वचन सानू ऐन चंगे तरीके दे नाल समझ आ जाए तां जो अज असीं पहचान सकीए कि असीं कौन आ। प्रभु पवित्र आत्मा दे राहीं साडी मदद करियो। ਇਹ ना होवे कि अज वचन दे समय दे विच भी वो तुहाडी पहचान नूं लुका जाए, क्योंकि वो बड़ा जोर लाउण दिया उन्हें तुहाडे ते नींद भेजनी आ, उन्हें तुहानूं काम चेते कराउणे आ, कपड़े बाहर फोले सी, मीह ना पै जाए, भिज ना जाए, पशु ना खुल जाए, न्याणे इधर उधर ना चल जाण, फलाना ना हो जाए, ढमकाना ना हो जाए, उन्हें बहुत कुछ करना। पर एक लड़ाई तुसी लड़नी है कि अज तुसी ओदियां विचारां नूं रिसीव नहीं करना, अज तुसी परमेश्वर दे वचन नूं रिसीव करना है। हालेलुया। जदों असीं निराश हुंदे आ वो कोशिश कर रहा हुंदा साडी पहचान नूं छुपाउण दी। वो सानू की दसदा भी असीं कौन आ। वो सानू दसदा आ तुसी हारे होए आ। तुसी फील कीता कदी अपनी लाइफ दे विच इदां भी असी हारे होए आ, मैं हार गया आ। मेरे ख्याल जिन्ने बैठे आ ते जिन्ने सुन रहे आ सारियां दी लाइफ दे विच यह टाइम आउंदा आ। वो कहंदे असी तां हार गए आ। वो कहंदा तुसी थके होए आ, तुहाडा कोई नहीं हैगा, किसी ने तुहाडा दुख सुख नहीं सुनना, तुसी तां बहुत पापी आ, तुसी तां बहुत निकम्मे आ, तुसी तां व्यभिचारी आ, तुसी तां गुनाहगार आ, तुसी तां नशेड़ी आ, तुसी अमली आ, तुसी जुआरी आ। तुहाडी पहचान तुहानू की दसदा वैरी? आही चीज़ां दसदा आ। वो तुहानू यही दसदा तू हारिया आ, तू थकिया आ, तू पापी आ, तू चुगलखोर आ। आउंदियां तुहाडे मन च गल्लां कि नहीं आउंदियां? पर परमेश्वर ने तो तुहानू ये नहीं बनाया। जे तुहानू परमेश्वर ने ये नहीं बनाया फिर वो काहते तुहानू कहंदा भी तुसी यह आ? वो इसलिए कहंदा क्योंकि वो तुहाडी असली पहचान नू लुकाउणा चाहुंदा आ। वो तुहानू डिसअपॉइंट करदा आ, तुहानू निराश करदा आ। ਉਹ ਤੁਹਾਡੇ ਅੱਗੇ ਸਿਰਫ ਤੁਹਾਡੀਆਂ ਕਮਜ਼ੋਰੀਆਂ ਨੂੰ ਲੈ ਕੇ ਆਉਂਦਾ ਆ ਤਾਂ ਜੋ ਉਹਨਾਂ ਨੂੰ ਦੇਖ ਦੇਖ ਕੇ ਤੁਸੀਂ ਹੋਰ ਕਮਜ਼ੋਰ ਹੋਈ ਜਾਓ, ਹੋਰ ਕਮਜ਼ੋਰ ਹੋਈ ਜਾਓ। ਉਹ ਤੁਹਾਡੇ ਅੱਗੇ ਕੋਈ ਇਹੋ ਜਿਹੀ ਚੀਜ਼ ਨਹੀਂ ਆਉਣ ਦਿੰਦਾ ਜਿਹਨੂੰ ਦੇਖ ਕੇ ਤੁਹਾਨੂੰ ਊਰਜਾ ਮਿਲੇ, ਜਿਹਨੂੰ ਦੇਖ ਕੇ ਤੁਹਾਨੂੰ ਬਲ ਪ੍ਰਾਪਤ ਹੋਵੇ, ਜਿਹਨੂੰ ਦੇਖ ਕੇ ਤੁਹਾਨੂੰ ਉਤਸ਼ਾਹ ਆਵੇ, ਜਿਹਨੂੰ ਦੇਖ ਕੇ ਤੁਸੀਂ ਐਨਕਰੇਜ ਹੋਵੋ। ਨਹੀਂ ਆਉਣ ਦੇਣਾ ਉਹਨੇ। ਤੁਸੀਂ ਟੈਲੀਵਿਜ਼ਨ ਲਗਾਓਗੇ ਤੁਹਾਨੂੰ ਲੱਗਣਾ ਕੱਲ ਇਹ ਮਰ ਗਏ ਹੁਣ ਨੈਕਸਟ ਕੱਲ ਨੂੰ ਮੇਰੀ ਵਾਰੀ ਆ ਜਾਣੀ। ਕਿਸੇ ਦੇ ਬਾਰੇ ਤੁਸੀਂ ਦੇਖ ਰਹੇ ਆ ਨਸ਼ਿਆਂ ਦੇ ਨਾਲ ਮਰ ਰਹੇ ਆ, ਤੁਸੀਂ ਆਪਣੇ ਨਿਆਣਿਆਂ ਬਾਰੇ ਉਹੀ ਸੋਚਣ ਲੱਗ ਜਾਣਾ ਮੇਰੇ ਨਿਆਣਿਆਂ ਨੇ ਵੀ ਇਦਾਂ ਹੀ ਕਰਨ ਲੱਗ ਜਾਣਾ। ਕਿਸੇ ਦਾ ਨਿਆਣਾ ਕੁਝ ਗਲਤ ਕਰ ਗਿਆ, ਕੁਝ ਕਤਲ ਹੋ ਗਿਆ, ਕੁਝ ਹੋ ਗਿਆ, ਤੁਸੀਂ ਆਪਣੇ ਪਰਿਵਾਰ 'ਚ ਉਹੀ ਚੀਜ਼ਾਂ ਨੂੰ ਸੋਚਣ ਲੱਗ ਜਾਣਾ। ਉਹ ਤੁਹਾਡੇ ਅੱਗੇ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦਾ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਨਿਰਾਸ਼ ਹੋਈ ਚਲੋ, ਨਿਰਾਸ਼ ਹੋਈ ਚਲੋ। ਤੁਸੀਂ ਕੋਈ ਫਿਲਮ ਦੇਖਣਾ ਹੀ ਉਹਦੇ ਵਿੱਚ ਕੋਈ ਬੰਦਾ ਬਹੁਤ ਦੁਖੀ ਦੇਖਿਆ, ਬਹੁਤ ਰੋਂਦਾ ਆ, ਉਹਦਾ ਕੁਛ ਨਹੀਂ ਬਣਦਾ, ਤੁਸੀਂ ਕਹਿਣਾ ਇਹਦੀ ਸਟੋਰੀ ਐਨ ਮੇਰੇ ਨਾਲ ਰਲਦੀ ਆ। ਕਦੀ ਕਿਸੇ ਸੁਪਰ ਹੀਰੋ ਦੀ ਸਟੋਰੀ ਦੇਖੀ? ਤੁਸੀਂ ਕਦੀ ਉਹਨੂੰ ਦੇਖ ਕੇ ਕਿਹਾ ਮੈਂ ਤਾਂ ਇਹਦੇ ਵਰਗਾ ਆ, ਜਿੱਦਾਂ ਇਹ ਉੱਡਿਆ ਫਿਰਦਾ ਮੈਂ ਵੀ ਉੱਡਿਆ ਫਿਰਦਾ? ਕਦੀ ਕਿਹਾ ਕਿਸੇ ਨੇ? ਜਿੰਨੇ ਰੋਂਦੇ ਕਰਲਾਉਂਦੇ ਪਿੱਟਦੇ ਸਿਆਪੇ ਕਰਦੇ ਉਹਨਾਂ ਵੱਲ ਦੇਖ ਕੇ ਕਹਿੰਦੇ ਇਹ ਮੇਰੇ ਵਰਗਾ ਦੁਖੀ ਆ ਜਾਂ ਮੈਂ ਇਹਦੇ ਵਰਗਾ ਦੁਖੀ ਆ। क्योंकि वो तुहानू निराशा दे विच रखना चाहता है, वो तुहानू हनेरे विच रखना चाहता, वो तुहानू किहदे नाल सिमिलैरिटी तुहाडी दिखाउंदा है, किहदे वर्गा तुहानू दिखाउंदा है जेड़े हारे होए आ, टुटे आ, नाश हो गए, बर्बाद हो गए। बस तुहाडा सारा ही जो तुहाडीआं सोचां दा जोर आ वो खिच्ची जांदा, उधर नू लाई जांदा है। पर एक गल आ पहला थानू यह डिसाइड करना पैना कि सच्चा कौन आ।
परमेश्वर दा वचन सच बोलदा है जां वैरी सच बोलदा है। जे तुसी यह फैसला कर लोगे फिर तुहानू अपनी सही पहचान लभनी है। जे तुसी ये फैसला ना किया, जे तुहाडा यही फैसला गलत हो गया, फिर तुसी गुआचे रहना, फिर तुहानू पता नहीं लगना तुसी कौन है। फर्स्ट ऑफ ऑल तुहानू एक सही फैसला करना पैना, वो सही फैसला कि सच्चा कौन है, परमेश्वर सच है जां वैरी जो तुहाडे मन विच पा रहा वो सच है। जे तां तुसी ये मानते हैं कि जो वैरी तुहाडे मन विच पा रहा वो सच आ, फिर जो तुसी अपनी रूप रेखा बना लई आ फिर उही आ तुसी, फिर वाकई ही तुसी पापी आ, गुनाहगार आ, थके होए आ, विबचारी आ, अमली आ, रमली आ, कमली आ, सब कुछ आ जो कुछ वो तुहानू दिखा रहा है। पर अगर तुसी यह मानते आ कि जो परमेश्वर कहना है वो सच है, फिर थोड़ी पहचान बहुत डिफरेंट है। फिर थोड़ी पहचान है कि तुसी सुपर हीरो आ, फिर थोड़ी पहचान है कि तुसी महायोधे सूरबीर आ, फिर थोड़ी पहचान है कि तुसी जिते हुए लोग आ। वो तुहानू कहंदा तू हार चुकिया आ, वचन तुहानू कहंदा मैं तेनू हदों वध फतेह बख्शी आ। वो तुहानू कहंदा तेरा दुख सुख सुनने वाला कोई नहीं हैगा, ते वचन तुहानू की कहंदा, कहंदा मैं तुहानू अनाथ ना छड्डांगा, मैं तुहाडे लिए एक सहायक भेजांगा जेड़ा सबना गल्लां दे विखे तुहाडी अगवाई करेगा, तुहानू सिखावेगा, तुहानू समझावेगा, तुहानू चलावेगा। हुण तुसी डिसाइड करना है कि तुहाडे नाल सच कौन बोलदा ते तुसी किहड़े पासे नू जाना है। जे तुहानू रोण करलाउण पसंद आ फिर ठीक है तुसी जिथे हैगे, पर जे तुसी उन्हां चीज़ां चों छुटना चाहुंदे आ फिर तुहानू शीशा वेखना ही पैना है। और वो शीशा हो सकता जेड़े दुनिया के शीशे आ उन्हां दे पानी च फर्क हुंदा। कई बारी तुसी मोटे हुंदे हो तुहानू बहुत स्लिम दिखाउंदे, पतले दिखाउंदे, कई बारी तुसी बहुत पतले हुंदे वो तुहानू बहुत मोटिया दिखाउंदे, कई इहो जे भी शीशियां च पानी हुंदे तुसी सिद्धे खलोते हो तुहानू पुट्ठे दिखाउंदे आ। वैरी ठीक ओहो जे शीशियां दा इस्तेमाल करदा तुहाडे आत्मिक जिंदगी वास्ते। तुसी परमेश्वर दे विच खलोते उन्हें तुहानू इदां दिखाउणा तुसी गलत आ, उन्हें तुहानू दिखाउणा तुसी पुट्ठे खलोते आ। तुसी परमेश्वर दे विच वध रहे आ, फैल रहे आ, उन्हें जेड़ा तुहानू शीशा दिखाउणा उन्हें तुहानू दिखाउणा तू उजड़ रहा, तेरा नाश हो रहा, उन्हें तुहानू पतले जे दिखाउणा उहदे विच। तुसी पाप वल्लों सुंगड़दे जा रहे हो, उन्हें तुहानू दिखाउणा तू फैलदा जा रहा है। वैरी ओहो जे शीशियां दा इस्तेमाल करदा है, पर परमेश्वर दा शीशा इक्को ही आ, ओदे पानी च कोई फर्क नहीं हो, वो डिफरेंट डिफरेंट नहीं दिखाउंदा। और ओदा शीशा है पवित्र वचन, ओदा शीशा है पवित्र बाइबल। जदों तुसी पवित्र बाइबल दे विच झाती मारोगे फिर तुहानू पता लगना तुसी कौन आ। आओ आपां देखदे आपां कौन आ। आपां देखदे आ पहला पतरस ते ओदा 2 नंबर अध्याय ते ओदी 9-10 नंबर पंक्ति दे विच आपां देखदे इत्थे लिखिया, पर तुसी चुनिया होया वंश, जाजकां दी शाही मंडली, पवित्र कौम, परमेश्वर दी खास प्रजा हो, भई तुसी ओदियां गुणां दा प्रचार करो जिन्ने तुहानू हनेरे तो अपने अचरज चानण विच सद लिया। तुसी तां अगे प्रजा ही ना साओ, पर हुण परमेश्वर दी प्रजा हो गए हो। तुसां उत्ते रहम ना होया सी, पर हुण रहम होया है। हालेलुया। तुसी कौन आ? बोल कहते जी असी तो बहुत गरीब हाँ, असी तो बहुत लाचार हाँ, हला उन्होंने सारा कुछ मिलिया हुंदा, एवें फोकियां जियां गल्लां करियां जाणगे। कई बारी किसी दे घर चले जाओ, सारा घर बरकतां नाल भरिया हुंदा, वो कहणगे शुक्र आ साडे गरीबां दे घर तुसी आए। मैनूं समझ नहीं आउंदी भी इदों वध उन्हां नूं की चाहीदा है। तुहाडे वर्ड्स दे विच क्रिएटिव पावर आ, तुहाडे अखरां दे विच सिरजना करन दी शक्ति आ।
जे सारा कुछ हुंदिया भी तुसी भुखे नंगे अपने आप नूं समझदे आ फिर हो जाना आ। पर जे कुछ नहीं हैगा, तुहानू वर्ड की दसदा आ, तुहानू वचन की दसदा, कहंदा पर तुसी चुनिया होया वंश हो। वैरी तुहानू की दसदा सी, तुसी पापी हो, तुसी नाश हो जाना, तुहानू बचाउण वाला कोई है नहीं, थोड़ी सार लैण वाला कोई है नहीं, तुसी हंबे पे आ, तुसी थके पे आ, तुसी रोगी आ, तुसी सताए होए आ। पर वचन तुहानू की दसदा तुसी कौन आ? कहंदा तुसी चुनिया होया वंश हो, जाचकां दी शाही मंडली, पवित्र कौम हो तुसी। तुसी एवें कैवें लोग नहीं आ। अज तो लाके जदों निराशा आवे, भाव जदों वैरी थोड़ी सही पहचान नूं दबाउण दी कोशिश करे, उदों ही बोलना शुरू कर दो। भावें तुहाडे घर दे तुहानू कमले कहण, भावें तुहानू लगे असीं की करदे आ, पर एक्सरसाइज करो वर्ड दी, मैडिटेट करो वर्ड नूं, क्लेम करो वर्ड नूं, उदों ही बोलो मैं थकिया होया नहीं आ, मैं हारिया होया नहीं आ। जिद्दण मैं थकिया सी, जिद्दण मैं हारिया सी, मैनू तो उदण ही यीशु मसीह ने बुला लिया सी। उन्हें उदण ही कहता, कहंदा हे थके मांदे ते बोझ हेठां दब्बियो, मेरे कोल आओ, मैं तुहानू आराम दिन्ना आ। मैं तो उदण ही चले गया जिद्दण मैनू उन्हें सद्दिया, ते हुण तां उन्हें मैनू आराम देता। हुण मैं कित्थे थकिया आ, कित्थे मैं हारिया आ, हुण तां मैं शाही घराणे दा वारिस बन गया आ। हुण तां मैं चुनिया होयां दी मंडली दा एक हिस्सा बन गया आ। हुण तां मैं एक पवित्र कौम बन चुकिया आ। हुण तां मैं परमेश्वर दी देह दा एक अंग बन चुकिया आ। हुण मैं सब कुछ करने वाला बन चुकिया आ, क्योंकि वो अपनी सामर्थ दे नाल दिनों दिन मैनू भरी जांदा आ। आखियो तां शैतान तुहाडे नाल दोबारा गल करे, ओदी हिम्मत नहीं पैनी तुहाडे नाल गल करन दी। ओ क्यों टीके लाउंदा आ तुहाडे, क्यों बार बार आउंदा, क्यों चुंडियां वड़दा तुहाडे, क्यों दुख दिंदा, क्यों सूइयां मारदा? तुसी लिसन करदे आ, तुसी सुणदे आ ओनू। ओ कहंदा तुसी दुखी बहुत आ, तुसी नाल ही रोण लग जांदे, हां जी असीं बहुत दुखी आ। जदों ओ कहंदा तुसी दुखी बहुत, ओनू को तैनू कौन कहंदा दुखी आ? जद मैनू परमेश्वर ने कहता मैं तेरे दुखां चों तैनू कढ लिया, मैं तां तैनू सुणदा ही नहीं, तैनू इजाजत किन्ने दित्ती मेरी जिंदगी विच आउण दी? निकल हुणे यीशु मसीह दे नाम च, आखियो तो मुड़ के आवे। जे कोई प्राहुणा घर में आया होवे, तुसीं उहनूं सवार सवार के खाने खवाओगे ना, सेवियां बना के दोगे, खीर कड़ाह बना के दोगे, उन्हें मुड़ मुड़ आउणा, उन्हें कहना क्यों ना होवे भी ये किते कह दे भी रात भी रह ला ते मौजां ही लग जाणगीਆਂ। जदों वैरी आउंदा तुसीं उहनूं इन्ना ज़्यादा सर्व करदे आ, तुसीं इन्ने सोहणे तरीके नाल उहदी आओ भगत करदे हो, तुहाडे नाल गल्लां करदा, तुसीं उहनूं हंगारे दिंदे आ, फिर उहदा जी लगदा तुहाडी जिंदगी दे विच, फिर उहदा जान नूं जी नहीं करदा। और तुसीं भी यूज टू हो जन्ने उहदे नाल, तुसीं हैबिचुअल हो जन्ने उहदे नाल, तुहानूं आदत पै जांदी उहदे नाल रोणे पिटणे करन दी। पहला समझो कि सर्व किनू करना है, पहला सीखो सेवा किहदी करनी है। और जिहड़ा तुहानूं नाश करन नूं आया उहनूं तुसीं सर्व कर रहे, जिहड़ा तुहानूं बचाउण नूं आया उहदी तुसीं सुणदे नहीं। सोचो, ਜਿਹੜਾ नाश करन दे लई आया आ ਉਹਨੂੰ ਅਸੀਂ बहुत ਸੁਣਦੇ, ਉਹਨੂੰ ਅਸੀਂ ਫੋਲੋ ਵੀ ਕਰਦੇ ਆ, ਉਹਦੀਆਂ ਗੱਲਾਂ ਤੇ ਧਿਆਨ ਵੀ ਲਾਉਨੇ ਆ। ਉਹ ਤੁਹਾਨੂੰ ਦੱਸਦਾ ਤੇਰੇ ਨਿਆਣੇ ਵਿਗੜਦੇ ਜਾਂਦੇ, ਇਹਨਾਂ ਨੇ ਤੇਰੇ ਹੱਥਾਂ ਚੋਂ ਨਿਕਲ ਜਾਣਾ, ਇਹਨਾਂ ਨੇ ਤੈਨੂੰ ਰੋਟੀ ਟੁੱਕ ਨਹੀਂ ਪੁੱਛਣਾ, ਇਹਨਾਂ ਨੇ ਤੇਰੀ ਸੇਵਾ ਨਹੀਂ ਕਰਨੀ। ਤੁਸੀਂ ਵੀ ਮੰਜੇ ਤੇ ਲੰਮੇ ਪੈ ਕੇ ਬਾਹ ਇੱਥੇ ਰੱਖ ਕੇ ਸੋਚਣ ਲੱਗ ਜਾਂਦੇ, ਹਾਂ ਇਹਨੇ ਮੈਂ ਅੱਜ ਪਾਣੀ ਦਾ ਗਲਾਸ ਮੰਗਿਆ, ਇਹਨੇ ਅੱਜ ਨਹੀਂ ਪਾਣੀ ਦਾ ਗਲਾਸ ਦਿੱਤਾ, ਕੱਲ ਨੂੰ ਇਹਨੇ ਮੈਨੂੰ ਬੁੱਢੇ ਬਾਰੇ ਕਿੱਥੇ ਦੇਣਾ। ਤੁਸੀਂ ਉਹਨੂੰ ਸੋਚਣ ਲੱਗ ਜਾਂਦੇ। ਪਰ ਵਚਨ ਤੁਹਾਨੂੰ ਚਿਲਾ ਚਿਲਾ ਕੇ ਕਹਿੰਦਾ ਤੁਹਾਡੇ ਨਿਆਣੇ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ। ਕਾਹਦੇ ਨਹੀਂ ਤੁਸੀਂ ਕਲੇਮ ਕਰਦੇ ਆਪਣੇ ਨਿਆਣਿਆਂ ਦੀ ਲਾਈਫ ਦੇ ਵਿੱਚ? ਕਿਉਂ ਨਹੀਂ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਕਹਿੰਦੇ ਕਿ ਭਾਵੇਂ ਵੈਰੀ ਇਹਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਪਰ ਮੇਰਾ ਪਰਮੇਸ਼ਵਰ ਇਹਨਾਂ ਨੂੰ ਵਿਗੜਨ ਨਹੀਂ ਦਊਗਾ, ਉਹ ਇਹਨਾਂ ਨੂੰ ਸਿਖਾਉਂਦਾ ਆ, ਇਹਨਾਂ ਦੇ ਮਨਾਂ ਵਿੱਚ ਚੰਗੀਆਂ ਗੱਲਾਂ ਪਾਉਂਦਾ। ਜਦੋਂ ਇਹ ਸੌਂਦੇ ਆ ਪਰਮੇਸ਼ਵਰ ਤਾਂ ਇਹਨਾਂ ਦੇ ਅੰਦਰ ਹੀ ਸਾਰਾ ਕੁਝ ਬਦਲੀ ਜਾਂਦਾ ਆ, ਉਹ ਤਾਂ ਇਹਨਾਂ ਦੇ ਅੰਦਰ ਚੰਗੀਆਂ ਚੀਜ਼ਾਂ ਪਾਈ ਜਾਂਦਾ ਆ। ਤੁਸੀਂ ਉਹਦੇ ਉੱਤੇ ਮੈਡੀਟੇਟ ਕਰਦੇ ਜਿਹੜਾ ਤੁਹਾਨੂੰ ਨਾਸ਼ ਕਰ ਰਿਹਾ, ਪਰ ਤੁਸੀਂ ਉਹਨੂੰ ਅਣਸੁਣਿਆ ਕਰਦੇ ਜਿਹੜਾ ਤੁਹਾਨੂੰ ਬਚਾਉਣ ਦੇ ਲਈ ਆ। ਔਰ
प्यारिओ तुहानू बचाउण दे लई परमेश्वर दा वचन आ। जिन्ना इहदे ते मन लाओगे, जिन्ना इहनू समझोगे, जिन्ना इहदे अनुसार चलोगे, बचदे जाओगे। जे तुसी सेवियां बना बना शैतान नू खवाउंदे रहे तां चेते रखियो नाश हो जाओगे। कोई धमकी नहीं है, ऐन चिट्टा सच आ ये। ना तुसी हारे हो ना तुसी थके हो। तुसी हारे सी, तुसी थके सी, तुसी मांदगी विच सी, पर जिस दिन तुसी उस सद्दे नू स्वीकार कर लिया, जेड़ा सद्दा परमेश्वर ने अपने किसे स्वर्गदूत दे राहीं तुहाडे तक भेजिया, अपने किसे बंदे दे राहीं तुहाडे तक भेजिया, तुसी आ गए जदों ओदी हजूरी दे विच सब मुक गया। सारियां थकावटां लिथ गईयां, सारे गम मुक गए, सारे फिकर मुक गए। पर तुहाडा हाल की आ? असी किसी के घर गए, उन्होंने इन्नी सोहनी स्टोरी सुनाई। वो कहते असी किसी मेले नूं गए सीगे, राह दे विच एक ओल्ड लेडी उन्होंने मिल गई। गर्मी बहुत सीगी, कहते सानू रब ने गड्डी दित्ती सी, असी गड्डी रोकी ते उन्होंने बिठा लिया। तो गड्डी दे विच बैठी आ, पर वो इन्ने उन्होंने होहे पैंदे आ, वो बहुत दुखी आ गड्डी दे विच बैठी भी। तो जदों उन्हें ड्राइवर ने देखा भी बीबी बहुत औखे साह लैंदी आ, जोर जोर की साहां की आवाज़ ओहदी हाय हाय करी जाती, बई इनू होण की दिया आ। जदों उन्हें शीशा घुमा के बुढ़ी वाल देखिया, वो पैरां भार बैठी सीट दे उत्ते। वो गड्डी दे विच बैठी आ, फिर भी पैरां भार बैठी करके उन्होंने बहना नहीं आउंदा। झोला भी सिर ते रखिया, पैरां भार भी बैठी है। साडा आही हाल आ। यीशु नाम दे जहाज विच बैठे आ, ना बोझ ओहदे विच रखदे, ना बहना ही आउंदा है। उदां कहने असीं तां यीशु दे नाम दे जहाज दे विच बैठे आ। जे बहना आ जावे, जे पता लग जावे भी ये जिहड़ा सिर ते भार चुक्या आ, ये उन्ना ही भार गड्डी नूं उदों भी लगदा जदों मेरे सिर उत्ते, ते उन्ना ही भार इहनूं उदों लगना जदों मैं ला के पासे ते रखदा। ते फिर की करांगे? उहनूं ला के पासे ते रख देवांगे। असी चर्च नूं भी आउंदे आ, पर असी वैरी नूं भी सुनी जाने। वचन असी 7वें दिन सुन के जाने आ। 7 घंटे तक मसी असर रहिंदा, मसी 6 दिन तुसी किनू फीड करदे आ ते कौन तुहानू फीड करदा है? जे तुसी चाहने आ कि तुहानू पता लगे तुसी कौन आ, तुहानू ओ वाले 6 दिन भी फिर वचन ही सुनना पैना है। ਉਹ वाले 6 दिन भी थानू अपनी पहचान, जिहड़ी तुहाडी पहचान पवित्र वचन दे विच दसी गई है ना, उन्नू देखना पैना। 6 दिन थानू ऐन शीशा देखना पैना, सवार के शीशा देखना पैना भी मेरा नक किहदे वर्गा, मेरा कन्न किहदे वर्गा, मेरे हाथ किहदे वर्गे, मेरियां अखां किहदे वर्गियां। ये तो नहीं मेरे कन्न किते वैरी वर्गे तो नहीं लगदे, लंबे लंबे तो नहीं है। लंबे लंबे कन्ना का की मतलब? कोई उथे गल्लां करन दिया, कन्न इदां करके उथे तक कैच करन नूं पहुंचे, किते मेरियां तो नहीं चुगलियां करन दिया। पर जे तुहानू देखदा आ मेरे कन्न छोटे आ, भाव तुसी उथों तक सीमित आ, जिहड़ा तुहाडे अंदर बोलदा है उहनूं सुनन दे लई, इहदा मतलब फिर तुसी परमेश्वर दी सूरत दे उत्ते आ। पर जे तुहानू कन्न लंबे लंबे दींदे आ, इहदा मतलब फिर तुसी शैतान दी सूरत ते आ। सो तुसी देखना आ तुहाडे नैन नक्श जिहड़े आ वो किहदे वर्गे आ। अपने हत्थां दी जांच करो, अपने पैरां दी जांच करो, क्योंकि औलाद नैन नक्शां तो बहुत छेती सियाणी जांदी है। आपां किसी दे न्याणे नूं देखदे निक्का जिहा ही हुंदा, आपां कहने ये मां ते गया, ये प्यो ते गया, ये दादी ते आ, ये दादे ते, ये मामे ते आ, मासी ते, काहदे ओहदे नैन नक्श दसदे। तो सानू भी अपने नैन नक्श आत्मक तौर पर देखने की जरूरत है ना, भी असी कहदे ते गए तां ही सियाणांगे भी असी कौन आ। इसलिए सियाणन की कोशिश करो। पर वचन दसदा तुसी कौन आ? तुसी चुनिया होया वंश हो, तुसी जाजकां दी शाही मंडली हो, पवित्र कौम हो, तुसी परमेश्वर दी खास प्रजा हो। तुसी आम लोग नहीं हो, हुण तुसी खास प्रजा हो। परमेश्वर ने सानू वखरे कर लिया। तुहानू लगदा आपां वखरे हो गए हैं? एक दुनिया का बंदा वो भी यही चिंता कर रहा, मेरा न्याणा कनेडा किद्दां जाऊगा, मेरा न्याणा कनेडा पक्का किद्दां होऊगा, अमेरिका नू किद्दां जाऊगा, इटली नू किद्दां जाऊगा, वो भी इसे चीज़ च परेशान है। एक आत्मक बंदा जिहड़ा रोज
रोज प्रार्थना कर रहा, जिहड़ा रोज वचन पढ़ रहा, चर्च नूं आ रहा और हथ चकदा वर्त रखदा, ते ओह प्रार्थना च कहंदा की आ, मेरा नियाणा कनेडा किद्दां जाऊगा, मेरा नियाणा पक्का किद्दां होऊगा, यूएस का वीज़ा किद्दां मिलूगा, पूरा परिवार किद्दां इमीग्रेंट होऊगा, उत्थे इटली नूं किद्दां जाना है। कादे वखरे होए पे आपां? फर्क की होया? ਉਹ लम्मे पिया सोची जाता, तुसी वर्त रख के सोची जाने आ, तुसी तो ਉਹਦੇ ਨਾਲੋਂ भी बाले दुखी हो गए, और रज के सोचदा तुसी भुखे सोची जाने आ। सानू परमेश्वर ने वखरे कीता, हुण साडीआं सोचां किद्दां होणीਆਂ ਚਾਹੀਦੀਆਂ ਸੀਗੀਆਂ? मेरा बच्चा परमेश्वर दे वचन च किद्दां वध सकदा है, मेरे बच्चे की नेचा परमेश्वर के उत्ते मजबूत किद्दां हो सकती है, किद्दां मेरा बच्चा परमेश्वर दीआं योजनावां नूं समझे, किद्दां मेरा बच्चा पाप तो वापस मुड़ सकदा, किद्दां ये परमेश्वर की महिमा नूं कर सकदा, किद्दां ये समझ सकदा कि परमेश्वर दीआं योजनावां इहदी जिंदगी च भलियां आ। साडीआं सोचां च फर्क होना चाहिए ना, क्योंकि सानू परमेश्वर ने दुनिया दे नालों वखरे कर लिया। ते जे दुनिया रज के वो चीज़ां सोचदी, तुसीं भुखे वो चीज़ां सोचण दे, तो फिर कादे वखरे होए? फिर तो दुनिया नालों भी ज़्यादा दुखी हो गए। इसलिए सानू आज़ाद किया मसीह ने, आज़ादी दे लई आज़ाद हो जाओ। हले भी वैरी ने गुलामी दीआं बेड़ियां पाईयां आ साडीआं सोचां दे उत्ते, हाले भी साडे मन नूं उन्हें जंजीरां दे विच बन्निया होया आ। असीं चर्च नूं आउंदे आ, मन ओहदे वस विच आ, जिधर नूं ओह चाहुंदा मोड़ी जांदा आ। हुण मौका आ गया कि बंधन टुट जाण, हुण मौका आ गया बेड़ियां खुल जाण, हुण मौका आ गया तुसीं आज़ाद हो जाओ। पर चेता रखियो, उदों तक तुहानूं कोई आज़ाद नहीं कर सकदा जदों तक तुसीं आज़ाद होना नहीं चाहुंदे। परमेश्वर तुहानूं उदों ही आज़ाद करेगा जदों तुसीं आज़ादी दे लई तैयार हो जाओगे। जे तुहानूं गुलामी पसंद आ, फिर तुहानूं कोई आज़ाद नहीं कर सकता। इसलिए तुहानूं मन बनाउणा पैना है कि तुसीं गुलाम रहना है जां तुसीं आज़ाद होना है। हुण की कहंदा तुसीं अगे परजा ही नहीं सीगे, अगे कोई होंद ही नहीं सी, पर हुण की आ, हुण परमेश्वर दी परजा हो गए आ। हुण साडा बादशाह कौन आ? सर्वशक्तिमान परमेश्वर आ। हुण असीं परमेश्वर दी परजा हो गए आ। पहलां ओह की कहंदा तुहाडे ते रहम नहीं सी होया, पहलां ते वैरी दे हत्थां विच सी, जिद्दां ओह फीड करदा सी, जो ओहदा जी करदा सी साडे अंदर भरी जांदा सी, जो खाण नूं दिंदा सी खाई जांदे सी। पर हुण रहम हो गया आ। हुण उस रहमत नूं पहचानो, हुण उस रहमत नूं समझो जिहड़ी परमेश्वर ने साडे उत्ते कीती आ। हालेलुया। इसलिए वैरी चाहुंदा आ असीं हनेरे दे विच पै रहीए, ओह थोड़ी चाहुंदा आपां चानण दे विच चलीए, क्योंकि जे आपां चानण दे विच आ गए फिर तां आपां नूं दिखण लग जाना आपां कौन आ। पर ओह चाहुंदा नहीं असीं देखीए। इसलिए प्रभु यीशु मसीह जी ने की कहा, मैं जगत दा चानण आ, ते जेड़ा मेरे पिछे चलूगा वह कदी हनेरे विच नहीं रहूगा, वह कदी नाश नहीं होऊगा। हुण असी प्रभु यीशु मसीह का नाम लेने आ, हुण असी प्रभु यीशु मसीह जी के पिछे चलते आ। हुण असी हनेरे विच नहीं चलना, हुण असी नाश वाल नूं नहीं जाना। जदों मोसेस इजराइलियां नूं लैके लाल समुंदर थाणी जांदा सीगा, ओह लंघदे जांदे सी, समुंदर पिछों मिलदा जांदा सी। क्यों? ओहदा की रीजन सी? ओहदा यह रीजन नहीं सी भी जिहड़े मिसरी आ उन्हां नूं आण के मार ना देण। मिसरियां दे घोड़ियां दियां लत्तां दा जोर उदों ही मुक जाना जदों परमेश्वर ने चाहिया कि मिसरी इत्थों हिल्लण ना। जे ओह लूत दी बीवी नूं लूण दा थंम बना सकदा ना, ते ओह घोड़ सवारां समेत उन्हां घोड़ियां नूं मिट्टी दे पुतले बना सकदा आ। उन्हें हिल्लण नहीं देने सी ओह घोड़े, क्योंकि जब उन्हें मन बनाया कि इजराइली जान सही थां ते पहुंचण, ते फिर वह किद्दां उन्हां नूं नाश होण देऊगा? किसी ने नहीं सी मार सकना उन्हां नूं। पर एक रीजन सी, उस समुंदर जिहड़ा सिमटदा जांदा सी पिछों, क्योंकि वह इजराइली पिछे नूं ख्याल रखदे सी। वह मूसा नूं की कहंदे सी? कहंदे मिस्र च कबरां थोड़ियां सी भी तूं इत्थे सानूं मारन नूं लिआया आ। वह पानी बंद हुंदा जांदा सी भी ये पिछे नूं ना भज जाण, ये मुड़ के उसे गुलामी दे विच ना जा पैण। कल एक भैन ने मैनू मोबाइल के उत्ते मैसेज किया, एंड टाइम प्रेयर वॉरियर्स एक ग्रुप चलता, उहदे विच
कहते सिस्टर मैनू एक सुपना आया बई मेरे अगे नवे नवे राह आ और जदों मैं उन्हां राहां दे उत्ते चलदी आ वो राह पिछों मिटदे जांदे आ पर कहते राह बहुत सोहणे आ और वो सोहणे शहरां नूं जांदे आ पर कहते जिद्दां जिद्दां मैं उहदे उत्ते तुरी जानी वो पिछों मिटदा जांदा इहदा की मतलब आ मैं कहदा यही मतलब आ जिहड़ा इजराइलियां दे पिछे समुंदर बंद हुंदा जांदा सी बई मुड़ के उन्हां राहां ते ना चले जिवें इसलिए वो पिछों राह मिटाई जांदा है सेम वे दे नाल परमेश्वर साडे लई चानण आ उन्हें सानू हनेरे चों कड्ढिया आ वो नहीं चाहुंदा असीं मुड़ के हनेरे दे विच जाइए साडी सियाण की असीं चानण दे पुत्तर आ यीशु मसीह जी ने की कहा कहंदा तुसीं चानण आ पवित्र बाइबल दे विच लिखिया आ कि तुसीं जगत दा चानण हो आओ देखो मत्ती 5 ओदी 14 नंबर पंक्ति दे विच लिखिया है कहंदा तुसीं जगत दा चानण हो जेड़ा नगर पहाड़ उत्ते वसदा ओ गुज्जा नहीं रह सकदा हुण आपां जेड़े चानण विच आ गए आ आपां जगत दा चानण बन चुके आ और जेड़ा पिंड जेड़ा नगर जेड़ा शहर पहाड़ दे उत्ते वसदा आ वो गुज्जा नहीं रहिंदा जदों आपां नीवें थां ते आ उदों ही दिखण लग जांदा ओ उत्थे एक पिंड आ तुसीं इधर नूं जाने उधर नूं जाने जे तुसीं पहाड़ां 'च ट्रैवल कीता होवे तुसीं देखदे होवोगे जे पहाड़ां दे उत्ते कोई भावें छोटा जिहा पिंड होवे वो दूरों तक दींदा रहिंदा आ वो गुज्जा नहीं रहिंदा सानू भी तो परमेश्वर ने चिक्कड़ विचों कड्ढिया और चट्टान दे उत्ते खड़े कीता मैनूं समझ नहीं आउंदी भी असीं दुनिया नूं काहते नहीं देखदे मैं दस्सां काहते नहीं देखदे चट्टान ते खड़िया पसंद नहीं आया मुड़ के फिर चिक्कड़ च छाल मारती है इसलिए नहीं देखदे उन्हें चाहया कि सानू चिक्कड़ दे विचों कड्ढे ते चट्टान दे उत्ते खड़ा करे और उन्हें कीता पर बहुत सारे आ जिन्होंने चट्टान दा नजर आ गई पर मुड़ के फिर चिक्कड़ दे विच छाल मारती है इसलिए नजर नहीं आउंदे पर प्यारिओ जिन्होंने परमेश्वर ने चिक्कड़ चों कढ के चट्टान उत्ते खड़े कीता ना वो हुण गुज्जे ना रहो जे तुसीं इदों अगे पढ़ोगे ना वचन उहदे विच लिखिया कहंदा दीवा बाल के टोपे हेठ नहीं रखीदा उच्ची थां ते रखीदा भी घर विच जिन्ने जी उन्हां सारिआं नूं चानण मिले जे परमेश्वर ने हुण साडे अंदर एक दीवा बाल दिता ज्ञान दा दीवा मुक्ति दा दीवा छुटकारे दा दीवा किद्दां असीं पाप चों बचना उस चीज़ दा दीवा बाल दिता चानण विच ले आंदा सानू चानण बना दिता हुण गुज्जे ना रवो हुण रौला पाओ हुण रौला पाउण दा टाइम आ वचन च लिखिया ना हर काम दा एक वेला एक चुप रहण दा वेला ते एक रौला पाउण दा वेला एक बीजण दा ते एक वड्डण दा एक जागण दा ते एक सौण दा उत्थे सारे वेले लिखे ते अज ओ वेला आ जेड़ा रौला पाउण दा वेला आ हुण तुसीं जे तां अपने दीविआं नूं लवांडिਆਂ हेठां ढक लोगे तां बुझ जाणे आ मंजिਆਂ हेठां रख लोगे तां साड़ सिੱਟਣਗੇ इसलिए इन्हां नूं ਉੱਚੀ ਥਾਂ ते रखो होरां लोकां तक रीच करो होरां लोकां नूं दसो परमेश्वर कौन आ तुसीं कौन आ तुहानूं परमेश्वर ने किद्दां बचाया ओ किद्दां बच सकदे आ परमेश्वर दा वचन की दसदा आ जिद्दां अज सानूं समझ आ रही ना कि असीं कौन आ समझ आ रही कि नहीं आ रही आ रही आउण लग गई थोड़ी थोड़ी जिद्दां आपां नूं समझ आ रही कि असीं कौन आ इदां बाकियां नूं भी दसो उन्हां नूं भी अपनी जिहड़ी पहचान आ ਉਹ उन्हां नूं समझ नहीं आ रही कि ਉਹ कौन आ उन्हां नूं जाके दसो ਉਹ कौन आ उन्हां नूं पता लगे कि असीं परमेश्वर दे धीआं ते पुत्तर आ परमेश्वर सानूं बचाउणा चाहुंदा आ आओ आपां देखदे आ वैरी सानूं क्यों नहीं साडी पहचान पता लगण दिंदा आपां देखदे आ उत्पत्ति दी किताब ओदा 26 तो लैके फर्स्ट नंबर चैप्टर ओदा 26 तो लैके 28 नंबर वर्स तक आपां देखदे बुक ऑफ जेनेसिस चैप्टर नंबर 1 वर्स 26 टू 28 इत्थे लिखिया तां परमेश्वर ने आख्या कि असीं आदमी नूं अपने स्वरूप उत्ते और अपने वर्गा बनाईए अते उस समुंदर दियां मच्छियां उत्ते अते आकाश दियां पंछियां उत्ते अते डंगरां उत्ते सगों सारी धरती उत्ते अते धरती पर घिसरन वालियां उत्ते राज करन सो परमेश्वर ने आदमी नूं अपने स्वरूप उत्ते उत्पत कीता परमेश्वर के स्वरूप उत्ते ओनू उत्पत किया नर नारी उसने उन्होंने उत्पत किया परमेश्वर ने उन्होंने असीस दी अते परमेश्वर ने उन्होंने आख्या कि फड़ो और वधो और धरती नू भर दिओ
ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਔਰ ਆਕਾਸ਼ ਦੀਆਂ ਪੰਛੀਆਂ ਉੱਤੇ ਔਰ ਸਾਰੀ ਧਰਤੀ ਪਰ ਘਿਸਰਨ ਵਾਲੇ ਜੀਆਂ ਉੱਤੇ ਰਾਜ ਕਰੋ। ਆਮੀਨ, ਹਾਲੇਲੂਇਆ। ਹੁਣ ਵਚਨ ਸਾਨੂੰ ਕੀ ਦੱਸਦਾ ਆ? ਇਹ ਇਸ ਵਚਨ ਚੋਂ ਸਾਨੂੰ ਸਮਝ ਆਉਂਦੀ ਹੈ ਵੈਰੀ ਸਾਡੇ ਨਾਲ ਕਿਉਂ ਖਾਰ ਖਾਂਦਾ ਆ, ਕਾਹਤੇ ਉਹਦਾ ਵੈਰ ਸਾਡੇ ਨਾਲ ਆ। ਕਿੰਨੇ ਕ੍ਰੀਏਚਰਸ ਆ, ਕਿੰਨੀਆਂ ਚੀਜ਼ਾਂ ਬਣਾਈਆਂ ਪਰਮੇਸ਼ਵਰ ਨੇ, ਕੁੱਤੇ ਬਣਾਏ, ਬਿੱਲੀਆਂ ਬਣਾਈਆਂ, ਹਾਥੀ ਬਣਾਏ, ਸ਼ੇਰ ਬਣਾਏ, ਕਈ ਕੁਛ ਬਣਾਇਆ, ਉਹਨਾਂ ਦੇ ਦੁਆਲੇ ਕਾਹਤੇ ਨਹੀਂ ਹੁੰਦਾ? ਮਨੁੱਖ ਦੇ ਪਿੱਛੇ ਹੀ ਕਾਹਤੇ ਹੱਥ ਧੋ ਕੇ ਪਿਆ ਆ? ਸੋਚ ਕੇ ਦੇਖੋ ਨਾ, ਸ਼ੈਤਾਨ ਕਿਹਨੂੰ ਪਰੇਸ਼ਾਨ ਕਰਦਾ ਆ? ਮਨੁੱਖ ਨੂੰ ਪਰੇਸ਼ਾਨ ਕਰਦਾ। ਪਰ ਉਹਦਾ ਪਰੇਸ਼ਾਨ ਕਰਨ ਦਾ ਰੀਜ਼ਨ ਕੀ ਆ? ਉਹ ਵੀ ਤਾਂ ਸਮਝ ਆਉਣਾ ਚਾਹੀਦਾ ਕਿ ਉਹ ਸਾਨੂੰ ਹੀ ਪਰੇਸ਼ਾਨ ਕਿਉਂ ਕਰਦਾ ਹੈ। ਕਿਉਂਕਿ ਸਿਰਫ ਅਤੇ ਸਿਰਫ ਮਨੁੱਖ ਹੀ ਇਹੋ ਜਿਹੀ ਕ੍ਰੀਏਸ਼ਨ ਆ, ਇਹੋ ਜਿਹਾ ਕ੍ਰੀਏਚਰ ਆ ਜਿਹਨੂੰ ਪਰਮੇਸ਼ਵਰ ਨੇ ਆਪਣੀ ਸੂਰਤ ਉੱਤੇ ਬਣਾਇਆ ਆ। ਇੱਥੋਂ ਤੱਕ ਕਿ ਫਰਿਸ਼ਤੇ ਵੀ ਪਰਮੇਸ਼ਵਰ ਦੀ ਸੂਰਤ ਦੇ ਉੱਤੇ ਨਹੀਂ ਆ। ਸਿਰਫ ਮਨੁੱਖ ਪਰਮੇਸ਼ਵਰ ਦੀ ਸੂਰਤ ਉੱਤੇ ਬਣਾਇਆ ਗਿਆ। ਇਸ ਧਰਤੀ ਦੇ ਉੱਤੇ, ਪਾਣੀਆਂ ਦੇ ਵਿੱਚ, ਆਕਾਸ਼ ਦੇ ਵਿੱਚ ਕੋਈ ਹੋਰ ਇਹੋ ਜਿਹਾ ਕ੍ਰੀਏਚਰ ਦੀ ਕੋਈ ਇਹੋ ਜਿਹੀ ਰਚਨਾ ਨਹੀਂ ਆ ਮਨੁੱਖ ਤੋਂ ਬਿਨਾਂ ਜਿਹੜੀ ਪਰਮੇਸ਼ਵਰ ਦੇ ਵਰਗੀ ਹੋਵੇ। ਕੋਈ ਨਹੀਂ ਹੈ, ਸਿਰਫ ਮਨੁੱਖ। ਔਰ ਸਿਰਫ ਮਨੁੱਖ ਨੂੰ ਪਰਮੇਸ਼ਵਰ ਨੇ ਆਪਣੀ ਸੂਰਤ ਤੇ ਹੀ ਨਹੀਂ ਬਣਾਇਆ, ਆਪਣੇ ਸੁਭਾਅ ਤੇ ਵੀ ਬਣਾਇਆ। ਸਿਰਫ ਆਦਮ ਨੂੰ ਨਹੀਂ, ਨਾਰੀ ਨੂੰ ਵੀ, ਮਰਦ ਨੂੰ ਹੀ ਨਹੀਂ ਔਰਤ ਨੂੰ ਵੀ। ਉਹਨੇ ਕੀ ਕਿਹਾ? ਨਰ ਨਾਰੀ ਨੂੰ ਉਤਪਤ ਕੀਤਾ। ਕਾਹਦੇ ਵਾਸਤੇ ਉਤਪਤ ਕੀਤਾ? ਪਰਮੇਸ਼ਵਰ ਦੀ ਇੱਛਾ ਕੀ ਹੈ ਸਾਡੀ ਲਾਈਫ ਦੇ ਵਿੱਚ? ਪਰਮੇਸ਼ਵਰ ਦੀ ਇੱਛਾ ਇਹ ਨਹੀਂ ਹੈ ਕਿ ਤੁਸੀਂ ਰੋਂਦੇ ਰਹੋ, ਤੁਸੀਂ ਪਿੱਟਦੇ ਰਹੋ, ਤੁਸੀਂ ਹਾਏ ਹਾਏ ਕਰਦੇ ਰਹੋ, ਤੁਸੀਂ ਬਿਮਾਰੀਆਂ 'ਚ ਪਏ ਰਹੋ, ਭੂਤ ਤੁਹਾਨੂੰ ਚੁੰਬੜੇ ਰਹਿਣ ਅਤੇ ਕੋਈ ਤੁਹਾਨੂੰ ਬਚਾਉਣ ਵਾਲਾ ਨਾ ਹੋਵੇ। ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ। ਅੱਜ ਬਹੁਤ ਸਾਰੇ ਪ੍ਰਚਾਰਕ ਉੱਠ ਖਲੋਤੇ ਆ ਜਿਹੜੇ ਤੁਹਾਨੂੰ ਕਹਿੰਦੇ ਆ ਇਹ ਚੀਜ਼ਾਂ ਕਿ ਇਹਨਾਂ ਲਈ ਪ੍ਰਾਰਥਨਾ ਨਾ ਕਰੋ, ਇਹਨਾਂ ਚੀਜ਼ਾਂ ਲਈ ਪ੍ਰਾਰਥਨਾ ਨਾ ਕਰੋ, ਸਿਰਫ ਆਪਣੇ ਆਤਮਾ ਦੇ ਲਈ ਪ੍ਰਾਰਥਨਾ ਕਰੋ। ਇਹ ਬਿਲਕੁਲ ਸਹੀ ਆ ਕਿ ਆਤਮਾ ਦਾ ਤੰਦਰੁਸਤ ਹੋਣਾ ਸਰੀਰ ਦੀ ਤੰਦਰੁਸਤੀ ਦੇ ਨਾਲੋਂ 100 ਗੁਣਾ ਜ਼ਿਆਦਾ ਜ਼ਰੂਰੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਬਿਮਾਰੀ ਦੇ ਵਿੱਚ ਰਹੋ। ਇਹਦਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਚਾਹੁੰਦੇ ਕਿ ਤੁਹਾਨੂੰ ਭੂਤਾਂ ਪ੍ਰੇਤਾਂ ਚੁੰਬੜੀਆਂ ਰਹਿਣ ਤੇ ਤੁਸੀਂ ਗਰੀਬੀ ਦੇ ਵਿੱਚ ਰਹੋ ਤੇ ਤੁਸੀਂ ਭੁੱਖੇ ਰਹੋ। ਇਹ ਪਰਮੇਸ਼ਵਰ ਦੀ ਇੱਛਾ ਬਿਲਕੁਲ ਨਹੀਂ ਆ। ਇਹ ਵੈਰੀ ਦੀ ਇੱਛਾ ਆ। ਉਹ ਦੁੱਖ ਭੇਜਦਾ ਤਾਂ ਜੋ ਤੁਸੀਂ ਪਰਮੇਸ਼ਵਰ ਨੂੰ ਲਾਮਾ ਦੇਵੋ, ਤਾਂ ਜੋ ਤੁਹਾਨੂੰ ਲੱਗੇ ਕਿ ਪ੍ਰਭੂ ਨਹੀਂ ਸੁਣ ਰਿਹਾ, ਤਾਂ ਜੋ ਤੁਹਾਨੂੰ ਲੱਗੇ ਕਿ ਪ੍ਰਭੂ ਤੁਹਾਡੀ ਮਦਦ ਦੇ ਲਈ ਨਹੀਂ ਆ, ਤਾਂ ਜੋ ਤੁਹਾਨੂੰ ਲੱਗੇ ਕਿ ਉਹ ਤੁਹਾਡੇ ਲਈ ਕੁਝ ਕਰ ਨਹੀਂ ਸਕਦਾ। ਇਸ ਲਈ ਵੈਰੀ ਤੁਹਾਨੂੰ ਦੁੱਖ ਵਿੱਚ ਪਾਉਂਦਾ ਆ, ਉਹ ਤੁਹਾਡੇ ਉੱਤੇ ਵਿਪਤਾ ਲੈ ਕੇ ਆਉਂਦਾ ਆ। ਪਰ ਪਰਮੇਸ਼ਵਰ ਦੀ ਇੱਛਾ ਕੀ ਆ? ਪਰਮੇਸ਼ਵਰ ਦੀ ਇੱਛਾ ਤਾਂ ਫਸਟ ਚੈਪਟਰ ਦੇ ਵਿੱਚ ਹੀ ਸਾਨੂੰ ਪਤਾ ਲੱਗ ਜਾਂਦੀ ਆ। ਉਹਨੇ ਕੀ ਕਿਹਾ? ਉਹਨੇ ਅਸੀਸ ਦਿੱਤੀ ਆ। ਉਹਨੇ ਕਿਹਾ ਫੜੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ। ਸਮੁੰਦਰ ਦੀਆਂ ਮੱਛੀਆਂ ਉੱਤੇ, ਆਕਾਸ਼ ਦੀਆਂ ਪੰਛੀਆਂ ਉੱਤੇ ਔਰ ਸਾਰੀ ਧਰਤੀ ਪਰ ਘਿਸਰਨ ਵਾਲੇ ਜੀਆਂ ਉੱਤੇ ਰਾਜ ਕਰੋ। ਜੋ ਕੁਝ ਵੀ ਇਸ ਧਰਤੀ ਦੇ ਉੱਤੇ ਉਹ ਕਹਿੰਦਾ ਉਹਦੇ ਉੱਤੇ ਰਾਜ ਕਰੋ। ਪਰਮੇਸ਼ਵਰ ਦੀ ਇੱਛਾ ਕੀ ਹੈ ਸਾਡੀ ਲਾਈਫ ਦੇ ਵਿੱਚ? ਕੀ ਦੇਖਣਾ ਚਾਹੁੰਦਾ? ਸਾਨੂੰ ਮੰਗਤੇ ਦੇਖਣਾ ਚਾਹੁੰਦਾ ਕਿ ਰਾਜਕੁਮਾਰ? ਕੀ ਦੇਖਣਾ ਚਾਹੁੰਦਾ? ਰਾਜ ਕੌਣ ਕਰਦਾ? ਕਦੀ ਮੰਗਤੇ ਨੂੰ ਰਾਜ ਕਰਦਿਆਂ ਦੇਖਿਆ? ਪਰਮੇਸ਼ਵਰ ਦੀ ਇੱਛਾ ਕਿ ਅਸੀਂ ਰਾਜੇ ਬਣੀਏ, ਅਸੀਂ ਰਾਣੀਆਂ ਬਣੀਏ, ਅਸੀਂ ਰਾਜਕੁਮਾਰੀਆਂ ਹੋਈਏ, ਅਸੀਂ ਰਾਜਕੁਮਾਰ ਹੋਈਏ। ਔਰ ਵੈਰੀ ਸਾਡੀ ਇਸੇ ਹੀ ਪਹਿਚਾਣ ਨੂੰ ਦਬਾਉਣਾ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਸਾਨੂੰ ਪਤਾ ਲੱਗੇ ਕਿ ਪਰਮੇਸ਼ਵਰ ਨੇ ਸਾਨੂੰ ਅਸੀਸ ਦਿੱਤੀ ਆ ਕਿ ਵਧੋ ਫਲੋ ਧਰਤੀ ਨੂੰ ਭਰੋ ਤੇ ਰਾਜ ਕਰੋ। ਉਹ ਇਸੇ ਹੀ ਭੇਤ ਨੂੰ ਦਬਾਉਂਦਾ ਆ ਕਿ ਜੇ ਕਿਤੇ ਇਹਨਾਂ ਨੂੰ ਇਹ ਭੇਤ ਸਮਝ ਆ ਗਿਆ, ਇਹ ਨਾ ਹੋਵੇ ਕਿ ਇਹ ਫਿਰ ਇਸ ਭੇਤ ਦੇ ਅਕੋਰਡਿੰਗ ਬਾਕੀ ਸਾਰੀਆਂ ਪਾਵਰਸ ਨੂੰ ਸਮਝ ਜਾਣ। ਉਹ ਸੁਪਰਨੈਚੁਰਲ ਪਾਵਰਸ ਜਿਹੜੀਆਂ ਪਰਮੇਸ਼ਵਰ ਨੇ ਹਿਊਮਨ ਕਾਈਂਡ ਨੂੰ ਦਿੱਤੀਆਂ ਜਾਂ ਇਨਸਾਨ ਨੂੰ ਦਿੱਤੀਆਂ, ਕਿਤੇ ਉਹਨਾਂ ਦੀ ਵਰਤੋਂ ਕਰਕੇ ਇਹ ਰਾਜਾ ਨਾ ਬਣ ਜਾਵੇ, ਕਿਤੇ ਇਹ ਰਾਜ ਨਾ ਕਰਨ ਲੱਗ ਜੇ, ਕਿਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਗੁਲਾਮ ਨਾ ਬਣਾ ਲਵੇ।
परमेश्वर की इच्छा आ असीं राज करिए। जे तुसीं जरमाया की किताब देखोगे, उहदे 29 नंबर चैप्टर के 11 नंबर वर्ड्स देखोगे, उत्थे लिखिया आ परमेश्वर दे कोल साडे लई योजनावां हन जिहड़ियां भुलियाई दियां हन, बुरियाई दियां नहीं, लाभ दियां हन, हानि दियां नहीं। ओह योजनावां जिहड़ियां सानू छेकड़ नूं आस दिवाउण। इत्थों सानू समझ आउंदी कि परमेश्वर दी प्लैनिंग्स की है साडी लाइफ दे विच। उहने नहीं कहा कि मेरियां प्लैनिंग्स आ कि तुसीं दुख विच पै के मैनूं पुकारो। उहने नहीं कहा कि मैं तुहानूं रोंदिया होया देखना चाहुंदा आ। ओहदी की प्लैनिंग आ? कहंदा भलाई दियां, लाभ दियां, अंत तक जिहड़ियां तुहानूं आस दिवाउण, इहो जिहियां योजनावां आ ओहदियां। ते वैरी उन्हां ही योजनावां दा सानूं पता ना लगे, इसलिए ओह सानूं भुलावे विच पाउंदा आ। इसलिए वो असीस जिहड़ी परमेश्वर ने सानू दित्ती उस नूं दबाउंदा आ। वो सानू वो इहो जिहियां चीज़ां साडे अगे लैके आउंदा कि देख रब ने तैनूं खाण नूं कुछ नहीं दिता, रब ने तैनूं बच्चा कोई नहीं दिता, रब ने तेरा दुख सुख सुनन वाला कोई नहीं दिता, तेरा आ भी काम खलोता, तेरा वो भी काम खलोता, इदां हो गया उदां हो गया। वो तुहाडे विच ते रब विच वैर पाउण दा मुੱਢੋਂ ही काम करदा आ रिहा है। वो शरीक बन चुकिया आ, वो शरीका करदा आ साडे तो। क्योंकि जदों उन्हें चाहया कि वह राज करे, जदों उहदे मन में यह विचार आया ना मैं राज करांगा, परमेश्वर ने उदों ही चक के स्वर्ग तो उन्होंने सैट दिता हेठ। और जदों परमेश्वर ने मनुख नूं आशीष दिती कि मनुख राज करे, उदों उन्होंने साड़ा पै गया कि हैं मनुख नूं आशीष दे दिती कि सारियां चीज़ां इहदे कंट्रोल विच होण, पानी दीयां शक्तियां भी इहदे कंट्रोल विच, धरती दीयां शक्तियां भी इहदे कंट्रोल दे विच, आकाश दीयां शक्तियां भी इहदे कंट्रोल दे विच। भाव जो कुछ चीज़ां परमेश्वर ने उत्पत्त कीतियां इहदे कंट्रोल दे विच होण, तां उहनूं दुख लगा। उहने कहा मैं इहदे विच ते परमेश्वर दे विच इहो जी दीवार खड़ी कर दियांगा, इहो जिहा वितकरा पा दियांगा कि ना ओह इहदी सुणूगा ते ना इह ओहदी सुणूगा। और उन्हें शुरू च ये कोशिश कर ली, जदों इस धरती के उत्ते बहुतियां भीड़ां नहीं सी, सिर्फ दो ही सीगे, आदम ते हवा। उन्हें उदों ही अणआग्याकारी उन्होंने कोलों करवाई, उकसा के करवाई, और उन्होंने उत्तों ग्रेस नूं खत्म किया, किरपा नूं खत्म किया। उन्हें परमेश्वर दे विचकार ते उन्हां दे विचकार एक जिहड़ी है दूरी क्रिएट की, दूरी बनाई। पर हुण वो दूरी प्रभु यीशु मसीह जी ने सलीब दे उत्ते अपना शरीर दे के, अपना बलिदान दे के दूर कर दिती है। पर हुण तुहाडी मर्जी आ कि तुसी वैरी नूं सुन के फिर तो दूरी पाउणी आ, तुसी फिर तो जिहड़ा आ वो अदन दी वाटिका चों बाहर निकलना आ जां अदन दी वाटिका दे विच रहना है। मैं इदां सोचदी कि हुण असीं अदन दी वाटिका दे विच हां, क्योंकि तुसी सवेर नूं पुकारो तुहाडे नाल परमेश्वर गल करदा, तुसी शाम नूं पुकारो परमेश्वर तुहाडे नाल गल करदा, रात नूं पुकारो परमेश्वर जी गल करदे आ, दोपहर नूं पुकारो तुहाडे नाल गल करदे आ, जदों भी तुसी पुकारो तुहाडे नाल गल करदे आ। अदन दी वाटिका दे विच परमेश्वर हर रोज आदम ते हवा दे नाल गल करदे सी। ਇਹਦਾ मतलब जे अज साडे नाल गल करदे ते असीं अदन दी वाटिका दे विच ही आ, साडे खाण नूं दित्ता, साडे पौण नूं दित्ता, सब कुछ दित्ता परमेश्वर ने, असीं अदन दी वाटिका दे विच आ। पर जे किते तुसीं वैरी दे भुलावे दे विच पै गए जिद्दां आदम ते हवा पै गए, तां फिर मिंट लगना अदन दी वाटिका चों बाहर निकलदिआं। और जे अदन दी वाटिका दे विचों बाहर निकल गए फिर बहुत औखा है, फिर बहुत ज़्यादा औखा है। इसलिए तुहाडी सियाण की आ, तुहाडी पहचान की आ, तुहाडी आइडेंटिटी की आ, तुसीं कौन आ? तुसी परमेश्वर दे हथ दी रचना हो, तुहानू परमेश्वर ने अपने हत्थां दे नाल बनाया है, तुसी सर्व उत्तम क्रिएशन हो परमेश्वर दी। यू आर द वन ऑफ बेस्ट क्रिएचर ऑन यूनिवर्स, इन यूनिवर्स। तुसी इस संसार दे उत्ते, इस संसार दे विच तुसी सब तो उत्तम रचना हो परमेश्वर दी। और तुहाडे जीवन दे विच परमेश्वर तुहानू एक राजा दे रूप दे विच, एक रानी दे रूप दे विच देखना चाहुंदा है। और उन्हें तुहानू इख्तियार दिता, उन्हें तुहानू सारियां चीज़ां दे उत्ते इख्तियार दिता। वचन दे विच लिखिआ उन्हें उन्हां चीज़ां दे उत्ते भी सानू इख्तियार दिता जिहड़ियां सानू नहीं दिसदियां। कहंदा वैरी दियां सारियां शक्तियां दे उत्ते इख्तियार दिता। जे उन्हें तुहानू
ਪਾਣੀ ਦੀਆਂ ਮੱਛੀਆਂ ਦੇ ਉੱਤੇ ਇਖਤਿਆਰ ਦਿੱਤਾ, ਧਰਤੀ ਦੇ ਜਾਨਵਰਾਂ ਦੇ ਉੱਤੇ ਇਖਤਿਆਰ ਦੇ ਦਿੱਤਾ, ਆਕਾਸ਼ ਦੇ ਪੰਛੀਆਂ ਦੇ ਉੱਤੇ ਇਖਤਿਆਰ ਦੇ ਦਿੱਤਾ। ਉਹਨੇ ਉਹ ਵੀ ਇਖਤਿਆਰ ਵਾਂਝਾ ਨਹੀਂ ਰੱਖਿਆ ਜਿਹੜਾ ਵੈਰੀ ਤੁਹਾਡੇ ਉੱਤੇ ਕਰ ਸਕਦਾ। ਉਹਨੇ ਉਹਦੀਆਂ ਚਾਲਾਂ ਦੇ ਉੱਤੇ ਵੀ ਤੁਹਾਨੂੰ ਇਖਤਿਆਰ ਦੇ ਦਿੱਤਾ। ਉਹਨੇ ਕਿਹਾ ਉਹਦੀਆਂ ਸਾਰੀਆਂ ਸ਼ਕਤੀਆਂ ਦੇ ਉੱਤੇ ਇਖਤਿਆਰ ਦਿੰਨੇ। ਹੁਣ ਤੁਹਾਡੀ ਮਰਜ਼ੀ ਆ ਤੁਸੀਂ ਉਸ ਅਥਾਰਟੀ ਦਾ ਯੂਜ਼ ਕਰਦੇ ਆ ਕਿ ਨਹੀਂ ਕਰਦੇ। ਹੁਣ ਤੁਹਾਡੀ ਮਰਜ਼ੀ ਆ ਕਿ ਤੁਸੀਂ ਰਾਜੇ ਬਣਨਾ ਕਿ ਮੰਗਤੇ ਬਣਨਾ। ਆਲ ਦਾ ਟਾਈਮ ਮੰਗੀ ਨਾ ਜਾਇਆ ਕਰੋ, ਆ ਦੇ ਦੇ, ਆ ਦੇ ਦੇ, ਆ ਦੇ ਦੇ। ਬਸ ਹੁਣ ਇੱਕੋ ਹੀ ਗੱਲ ਕਰੋ, ਪ੍ਰਭੂ ਜੀ ਤੁਹਾਡੀ ਉਹ ਆਸ਼ੀਸ਼ ਪੂਰੀ ਹੋ ਜਾਏ ਜਿਹੜੀ ਤੁਸੀਂ ਉਤਪਤ ਦੀ ਕਿਤਾਬ ਦੇ ਵਿੱਚ ਦਿੱਤੀ। ਤੁਸੀਂ ਕਿਹਾ ਰਾਜ ਕਰੋ, ਤੇ ਜਦੋਂ ਉਹ ਆਸ਼ੀਸ਼ ਪੂਰੀ ਹੋ ਗਈ ਸਾਰੀਆਂ ਚੀਜ਼ਾਂ ਅੰਡਰ ਕੰਟਰੋਲ ਹੋ ਜਾਣੀਆਂ। ਹਾਲੇਲੂਇਆ। ਹਾਲੇ ਸਾਰੀਆਂ ਚੀਜ਼ਾਂ ਆਊਟ ਆਫ ਕੰਟਰੋਲ ਲੱਗਦੀਆਂ ਆ, ਸਾਰੀਆਂ ਚੀਜ਼ਾਂ ਵੱਸੋਂ ਬਾਹਰ ਲੱਗਦੀਆਂ। ਪਰ ਜਦੋਂ ਉਹ ਆਸ਼ੀਸ਼ ਦੇ ਲਈ ਪ੍ਰਾਰਥਨਾ ਕਰੋ, ਪ੍ਰਭੂ ਉਹ ਆਸ਼ੀਸ਼, ਉਹ ਪਰਪਸ ਤੁਹਾਡਾ ਪੂਰਾ ਹੋ ਜਾਏ ਮੇਰੇ ਜੀਵਨ 'ਚ, ਜਿਸ ਪਰਪਸ ਲਈ ਤੁਸੀਂ ਮੈਨੂੰ ਬਣਾਇਆ ਉਹ ਤੁਹਾਡੀ ਇੱਛਾ ਪੂਰੀ ਹੋ ਜਾਏ, ਜਿਹੜੀਆਂ ਯੋਜਨਾਵਾਂ ਤੁਸੀਂ ਮੇਰੇ ਜੀਵਨ ਦੇ ਵਿੱਚ ਬਣਾਈਆਂ। ਪ੍ਰਭੂ ਤੁਹਾਡਾ ਉਹ ਬਲੀਦਾਨ, ਤੁਹਾਡਾ ਜਿਹੜਾ ਵਰਦਾਨ ਹੈ ਉਹ ਮੇਰੀ ਲਾਈਫ 'ਚ ਕੰਮ ਕਰੇ, ਜਿਹੜਾ ਤੁਸੀਂ ਕਿਹਾ ਕਿ ਮਨੁੱਖ ਰਾਜ ਕਰੇ ਸਾਰੀਆਂ ਚੀਜ਼ਾਂ ਦੇ ਉੱਤੇ। ਔਰ ਪ੍ਰਭੂ ਮੈਂ ਸਮਰਪਿਤ ਹਾਂ ਤੁਹਾਨੂੰ। ਮੈਂ ਜਾਣ ਲਿਆ ਕਿ ਮੈਂ ਤੁਹਾਡੀ ਧੀ ਹਾਂ, ਮੈਂ ਜਾਣ ਲਿਆ ਕਿ ਮੈਂ ਤੁਹਾਡਾ ਪੁੱਤਰ ਹਾਂ, ਮੈਂ ਤੁਹਾਡੇ ਵਚਨਾਂ ਦੇ ਅਨੁਸਾਰ ਚੱਲਦਾ ਹਾਂ। ਮੈਂ ਹੁਣ ਵੈਰੀ ਦੇ ਆਖੇ ਨਹੀਂ ਲੱਗਾਂਗਾ, ਪਰ ਮੈਂ ਪਰਮੇਸ਼ਵਰ ਤੁਹਾਡੇ ਵਚਨ ਦੇ ਆਖੇ ਲੱਗਾਂਗਾ। ਮੈਂ ਤੁਹਾਡੀ ਆਵਾਜ਼ ਨੂੰ ਸੁਣਾਂਗਾ। ਔਰ ਵੈਰੀ ਨੂੰ ਦੱਸੋ ਤੁਸੀਂ ਕੌਣ ਆ, ਉਹਨੂੰ ਆਪਣੀ ਪਹਿਚਾਣ ਦੱਸੋ। ਔਰ ਇਹ ਚੀਜ਼ਾਂ ਤੁਹਾਨੂੰ ਕਿੱਥੋਂ ਸੁਣਨ ਨੂੰ ਮਿਲਦੀਆਂ ਹੈ, ਕਿੱਥੋਂ ਸਿੱਖਣ ਨੂੰ ਮਿਲਦੀਆਂ? ਪਰਮੇਸ਼ਵਰ ਦੇ ਵਚਨ ਦੇ ਵਿੱਚੋਂ। ਔਰ ਜੇ ਪਰਮੇਸ਼ਵਰ ਨੇ ਇੱਕ ਗੱਲ ਕਹੀ ਨਾ, 6 ਦਿਨ ਕੰਮ ਕਰ 7ਵੇਂ ਦਿਨ ਮੇਰੇ ਘਰ ਨੂੰ ਆ, ਤੇ ਉਹਦਾ ਇੱਕ ਰੀਜ਼ਨ ਆ। ਉਹ ਐਵੇਂ ਹੀ ਨਹੀਂ ਕਿਹਾ, ਕਿਉਂਕਿ ਜਦੋਂ ਤੁਸੀਂ ਘਰ ਦੇ ਵਿੱਚ ਆ, ਮੈਂ ਇਦਾਂ ਨਹੀਂ ਕਹਿੰਦੀ ਕਿ ਤੁਸੀਂ ਘਰ ਵਿੱਚ ਪ੍ਰਾਰਥਨਾ ਕਰਦੇ ਤੇ ਪਰਮੇਸ਼ਵਰ ਜੀ ਨਹੀਂ ਸੁਣਦੇ। ਕਿਉਂ ਨਹੀਂ ਸੁਣਦੇ? ਤੁਸੀਂ ਜਿੱਥੇ ਵੀ ਪ੍ਰਾਰਥਨਾ ਕਰੋਗੇ ਹਰ ਥਾਂ ਤੇ ਸੁਣੀ ਜਾਂਦੀ, ਕੋਈ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ। ਪਰ ਪਰਮੇਸ਼ਵਰ ਨੇ ਕਿਹਾ ਨਾ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਪਰਮੇਸ਼ਵਰ ਦੇ ਘਰ ਵਿੱਚ ਆਵਾ, ਉਹਦਾ ਇੱਕ ਰੀਜ਼ਨ ਆ। ਜਦੋਂ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਹਾਂ, ਅਸੀਂ ਉਹਦੀ ਮਹਿਮਾ ਨੂੰ ਸੁਣਦੇ ਹਾਂ, ਅਸੀਂ ਉਹਦੀ ਉਸਤਤ ਨੂੰ ਸੁਣਦੇ ਹਾਂ। ਅਸੀਂ ਬਹੁਤ ਸਾਰੇ ਭੈਣ ਭਰਾਵਾਂ ਦੇ ਜੀਵਨ ਦੇ ਵਿੱਚ ਦੇਖਦੇ ਹਾਂ ਕਿੱਦਾਂ ਉਹਨਾਂ ਦੀ ਜ਼ਿੰਦਗੀ 'ਚ ਕੰਮ ਹੋਇਆ। ਔਰ ਵਚਨ 'ਚ ਲਿਖਿਆ ਨੇਚਾ ਸੁਣਨ ਦੇ ਨਾਲ ਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ। ਜਦੋਂ ਨੇਚਾ ਕਿੱਥੋਂ ਆਉਂਦੀ? ਸੁਣਨ ਦੇ ਨਾਲ। ਅਸੀਂ ਸੁਣਦੇ ਫਲਾਣੇ ਨੇ ਸ਼ਿਫਾ ਪਾਈ, ਅੱਛਾ ਮੈਂ ਇਕੱਲਾ ਹੀ ਨਹੀਂ ਚਰਚ ਨੂੰ ਜਾਂਦਾ, ਹਜ਼ਾਰਾਂ ਲੋਕ ਚਰਚ ਨੂੰ ਜਾਂਦੇ ਆ, ਹਜ਼ਾਰਾਂ ਲੋਕਾਂ ਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ। ਮੈਂ ਇਕੱਲਾ ਹੀ ਨਹੀਂ ਹਾਂ ਜਿਹੜਾ ਲੋਕਾਂ ਨੇ ਵਿਰੋਧ ਕੀਤਾ, ਇਹ ਲੋਕੀ ਵੀ ਵਿਰੋਧ 'ਚੋਂ ਨਿਕਲ ਕੇ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਆ। ਤਾਂ ਸਾਨੂੰ ਇਨਕਰੇਜਮੈਂਟ ਮਿਲਦੀ ਆ। ਇਹ ਇੱਕ ਸਪਿਰਚੁਅਲ ਸਕੂਲ ਆ। ਲੋਕ ਕਹਿੰਦੇ ਆ ਕਿ ਪਰਮੇਸ਼ਵਰ ਹੱਥ ਦੇ ਬਣਾਇਆ ਹੋਇਆ ਮੰਦਿਰਾਂ 'ਚ ਨਹੀਂ ਵਸਦਾ। ਉਹ ਸਿਰਫ ਲੋਕ ਹੀ ਨਹੀਂ ਕਹਿੰਦੇ, ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਵੀ ਲਿਖਿਆ ਆ ਕਿ ਉਹ ਮਨੁੱਖ ਦੇ ਹੱਥ ਦੇ ਬਣਾਇਆ ਹੋਇਆ ਮੰਦਿਰਾਂ ਵਿੱਚ ਨਹੀਂ ਵਸਦਾ। ਪਰ ਸਿੱਖਿਆ ਸਕੂਲ ਦੇ ਵਿੱਚੋਂ ਹੀ ਮਿਲਦੀ ਆ। ਉਹ ਇੱਟਾਂ ਦਾ ਹੋਵੇ, ਉਹ ਬਾਂਸ ਦਾ ਹੋਵੇ, ਉਹ ਸਰੀਏ ਦਾ ਹੋਵੇ, ਉਹ ਸੰਗਮਰਮਰ ਦਾ ਹੋਵੇ, ਸਿੱਖਿਆ ਤਾਂ ਸਕੂਲ ਦੇ ਵਿੱਚੋਂ ਹੀ ਮਿਲਦੀ ਆ। ਜੇ ਤੁਸੀਂ ਨਿਆਣੇ ਨੂੰ, ਜਿਹਨੂੰ ਤੁਸੀਂ ਸਕੂਲ ਨਹੀਂ ਭੇਜਿਆ, ਜਿੰਨੀਆਂ ਮਰਜ਼ੀ ਕਿਤਾਬਾਂ ਲੈ ਕੇ ਦੇ ਦਿਓ, ਤੁਸੀਂ ਉਹਨੂੰ ਭਾਵੇਂ LLB ਦੀਆਂ ਕਿਤਾਬਾਂ ਲੈ ਕੇ ਦੇ ਦਿਓ, ਵਕਾਲਤ ਦੀਆਂ ਕਿਤਾਬਾਂ ਭਾਵੇਂ ਤੁਸੀਂ ਉਹਨੂੰ ਲੈ ਕੇ ਦੇ ਦਿਓ, ਜੇ ਉਹ ਸਕੂਲ ਨਹੀਂ ਜਾਊਗਾ ਨਾ, ਉਹਨੂੰ ਗਿਆਨ ਨਹੀਂ ਮਿਲਣਾ, ਉਹਨੂੰ ਪੜ੍ਹਨੀਆਂ ਨਹੀਂ ਆਉਣੀਆਂ। ਹਾਲਾਂਕਿ ਬਹੁਤ ਸਾਰੇ ਅਧਿਆਪਕ ਹੀ ਰਹਿੰਦੇ ਆਪਣੀ ਲਾਈਫ ਦੇ ਵਿੱਚ, ਪਰ ਉਹਨਾਂ ਦੇ ਜਿਹੜੇ ਪੜ੍ਹੇ ਹੋਏ ਆ ਉਹ ਜੱਜ ਬਣ ਜਾਂਦੇ ਆ, ਉਹ ਵਕੀਲ ਬਣ ਜਾਂਦੇ ਆ। ਇੱਕ ਅਧਿਆਪਕ ਜਿਹੜਾ ਉਸ ਬੱਚੇ ਨੂੰ ਜਿਹਨੂੰ ਉਹਨੇ ਪੜ੍ਹਾਇਆ ਆ, ਉਹਦੇ ਅਧਿਆਪਕ ਦੀ ਕਈ ਵਾਰੀ ਆਪਣੀ ਸੈਲਰੀ ਸਿਰਫ 10,000 ਹੁੰਦੀ, ਪਰ ਉਹਦਾ ਪੜ੍ਹਿਆ ਹੋਇਆ ਮਹੀਨੇ ਦਾ 10-10 ਲੱਖ ਕਮਾਉਂਦਾ ਆ। ਪਰ ਜੇ ਉਹ 10 ਲੱਖ ਕਮਾਉਣ ਵਾਲਾ 10,000 ਵਾਲੇ ਦੇ ਕੋਲ ਜਾ ਕੇ ਨਾ ਪੜ੍ਹਦਾ, ਤੇ 10 ਲੱਖ ਕਮਾ ਨਹੀਂ ਹੋਣਾ ਸੀਗਾ। ਤੁਸੀਂ ਸਮਝ ਰਹੇ ਆ? ਇਸ ਲਈ ਅਸੀਂ ਜਦੋਂ ਚਰਚ ਨੂੰ ਆਉਂਦੇ ਆ, ਅਸੀਂ ਇੱਕ ਖਾਸ ਮਕਸਦ ਲਈ ਆਉਂਦੇ। ਅਸੀਂ ਅੱਜ ਇੱਕ ਨਵਾਂ ਤਰੀਕਾ ਸਿੱਖ ਕੇ ਆਵਾਂਗੇ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਨ ਦਾ। ਅੱਜ ਅਸੀਂ ਇੱਕ ਨਵਾਂ ਗੁਰ ਲੈ ਕੇ ਆਵਾਂਗੇ ਪਰਮੇਸ਼ਵਰ ਦੇ ਨੇੜੇ ਜਾਣ ਦਾ। ਅੱਜ ਅਸੀਂ ਵਚਨ ਚੋਂ ਸਿੱਖਾਂਗੇ ਪਰਮੇਸ਼ਵਰ ਦੀ ਇੱਛਾ ਸਾਡੇ ਜੀਵਨ ਦੇ ਵਿੱਚ ਕੀ ਆ। ਅੱਜ ਸਾਨੂੰ ਵਚਨ ਦਾ ਮਕਾਸ਼ਵਾ ਮਿਲੂਗਾ। ਅੱਜ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਦੇਖਾਂਗੇ ਪਰਮੇਸ਼ਵਰ ਨੇ ਆਪਣੀ ਮਹਿਮਾ ਨੂੰ ਕਿੱਦਾਂ ਪ੍ਰਗਟ ਕੀਤਾ। ਇਸ ਲਈ ਸਾਡਾ ਚਰਚ ਵਿੱਚ ਆਉਣਾ ਬਹੁਤ ਜ਼ਰੂਰੀ ਆ। ਔਰ ਖੁਸ਼ੀ ਦੀ ਗੱਲ ਇਹ ਆ ਕਿ ਸੰਡੇ ਨੂੰ ਤੇ ਥਰਸਡੇ ਨੂੰ ਚਰਚ ਓਪਨ ਆ, ਤੇ ਤੁਸੀਂ ਆ ਸਕਦੇ ਆ। ਪੂਰਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਆ, ਔਰ ਤੁਹਾਨੂੰ ਰੱਖਣਾ ਪੈਣਾ ਆ। ਸਾਰੀਆਂ ਜਿਹੜੀਆਂ ਗਵਰਨਮੈਂਟ ਨੇ ਇਨਸਟਰਕਸ਼ਨਸ ਦਿੱਤੀਆਂ ਆ, ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਆ, ਔਰ ਤੁਸੀਂ ਆ ਸਕਦੇ ਆ ਚਰਚ ਦੇ ਵਿੱਚ। ਕਿਉਂਕਿ ਜੇ ਆਪਾਂ ਚਰਚ ਨੂੰ ਨਹੀਂ ਆਵਾਂਗੇ, ਵੈਰੀ ਤਾਂ ਇਹੀ ਚਾਹੁੰਦਾ ਆ, ਉਹਦੀ ਤਾਂ ਮਰਜ਼ੀ ਇਹ ਆ।
ਵੀ ਚਰਚਾਂ ਬੰਦ ਰਹਿਣ, ਲੋਕੀ ਹਨੇਰੇ ਵਿੱਚ ਰਹਿਣ, ਇਹਨਾਂ ਨੂੰ ਪਤਾ ਨਾ ਲੱਗੇ ਇਹ ਕੌਣ ਆ। ਪਰ ਆਪਾਂ ਉਹਦੀ ਇੱਛਾ ਨਹੀਂ ਪੂਰੀ ਕਰਨੀ, ਆਪਾਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਨਾ ਆ। ਆਪ ਬਚੋ, ਹੋਰਾਂ ਨੂੰ ਬਚਾਵੋ, ਕਿਉਂਕਿ ਵਚਨ ਸਾਨੂੰ ਕਹਿੰਦਾ ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਔਰ ਮੈਂ ਯਕੀਨ ਕਰਦੀ ਹਾਂ ਅੱਜ ਤੁਹਾਨੂੰ ਤੁਹਾਡੀ ਪਹਿਚਾਣ ਦਾ ਪਤਾ ਲੱਗ ਗਿਆ ਕਿ ਤੁਸੀਂ ਕੌਣ ਆ। ਮੈਨੂੰ ਤਾਂ ਪਤਾ ਲੱਗ ਗਿਆ ਵੀ ਆਪਾਂ ਸ਼ਾਹੀ ਘਰਾਣੇ ਦੇ ਵਾਰਿਸ ਆ, ਜਾਜਕਾਂ ਦੀ ਮੰਡਲੀ ਦੇ ਵਿੱਚੋਂ ਆ, ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਵਿੱਚੋਂ ਆ। ਔਰ ਪਰਮੇਸ਼ਵਰ ਨੇ ਸਾਨੂੰ ਰਾਜ ਕਰਨ ਦੇ ਲਈ ਬਣਾਇਆ ਆ, ਰਾਜ ਕਰ ਰਹੇ ਆ, ਕਰਦੇ ਰਵਾਂਗੇ। ਮੁਸੀਬਤਾਂ ਆਉਣਗੀਆਂ ਤਾਂ ਵੀ ਰਾਜ ਹੀ ਕਰਾਂਗੇ, ਤੂਫਾਨ ਆਉਣਗੇ ਤਾਂ ਵੀ ਰਾਜ ਹੀ ਕਰਾਂਗੇ, ਵਿਪਤਾ ਆਉਣਗੀਆਂ ਪਰ ਸਾਨੂੰ ਨਾਸ਼ ਨਹੀਂ ਕਰ ਸਕਦੀਆਂ। ਏਦਾਂ ਨਾ ਸੋਚਿਆ ਕਰੋ ਕਿ ਅਸੀਂ ਤਾਂ ਚਰਚ ਨੂੰ ਗਏ, ਬੁਖਾਰ ਹੋ ਗਿਆ, ਖੰਘ ਲੱਗ ਗਈ, ਕੀ ਫਾਇਦਾ ਹੋਇਆ ਚਰਚ ਨੂੰ ਜਾਣ ਦਾ। ਵੈਰੀ ਨੇ ਤੁਹਾਡੇ ਦਿਮਾਗ 'ਚ ਏਦਾਂ ਪਾਉਣਾ। ਬੁਖਾਰ ਹੋ ਸਕਦਾ, ਨਾਰਮਲ ਗੱਲ ਆ, ਬੁਖਾਰ ਕਦੀ ਕਦੀ ਹੋਣਾ ਵੀ ਚਾਹੀਦਾ ਆ। ਸਾਡੇ ਅੰਦਰ ਜਿਹੜੇ ਅਨਵਾਂਟਡ ਬੈਕਟੀਰੀਆਜ਼ ਆ ਉਹਨਾਂ ਨੂੰ ਬੁਖਾਰ ਹੀ ਮਾਰ ਸਕਦਾ, ਕੋਈ ਹੋਰ ਦਵਾਈ ਨਹੀਂ ਮਾਰ ਸਕਦੀ। ਕਦੀ ਕਦੀ ਹੋ ਜਾਵੇ, ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਤੁਸੀਂ ਬੁਖਾਰ ਦੇ ਵਿੱਚ ਪਰਮੇਸ਼ਵਰ ਨੂੰ ਨਿੰਦਣ ਲੱਗ ਗਏ, ਉਹ ਬੁਖਾਰ ਟਾਈਫਾਈਡ ਬਣ ਜਾਣਾ, ਟਾਈਫਾਈਡ ਨੇ ਪਤਾ ਨਹੀਂ ਕਿਹੜਾ ਕਿਹੜਾ ਫਾਈਡ ਬਣ ਜਾਣਾ, ਤਾਂ ਉਹਨੇ ਫਿਰ ਫਾਈਟ ਜਿਹੜੀ ਕਰਨੀ ਉਹ ਤੁਹਾਡੇ ਤੋਂ ਜਿੱਤ ਨਹੀਂ ਹੋਣੀ। ਇਸ ਲਈ ਜਦੋਂ ਬਿਪਤਾ ਆਵੇ ਉਦੋਂ ਆਪਣੀ ਬਿਪਤਾ ਦੇ ਵਿੱਚ ਪਰਮੇਸ਼ਵਰ ਨੂੰ ਪੁਕਾਰੋ। ਉਸ ਬਿਪਤਾ ਨੂੰ ਦੱਸੋ ਹੂ ਆਈ ਐਮ, ਉਹਨੂੰ ਦੱਸੋ ਮੈਂ ਕੌਣ ਆ। ਮੈਂ ਉਹਦਾ ਬੱਚਾ ਆ ਜਿਹੜਾ ਕਹਿੰਦਾ ਮੈਂ ਹਾਂ ਜੋ ਮੈਂ ਹਾਂ, ਮੈਂ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਬੱਚਾ। ਕਿਉਂਕਿ ਵਚਨ ਦੇ ਵਿੱਚ ਲਿਖਿਆ ਧਰਮੀਆਂ ਦੇ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਮੁਸੀਬਤਾਂ ਦੇ ਵਿੱਚੋਂ ਕੱਢ ਲੈਂਦਾ, ਉਹਨਾਂ ਨੂੰ ਉਹਨਾਂ ਦੇ ਵਿੱਚ ਨਹੀਂ ਛੱਡੇਗਾ। ਹਾਲੇਲੂਇਆ। ਸੋ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਹੋ, ਤੁਹਾਨੂੰ ਪਰਮੇਸ਼ਵਰ ਨੇ ਵੈਰੀ ਦੇ ਹਨੇਰੇ ਦੇ ਵਿੱਚੋਂ ਕੱਢਿਆ, ਆਜ਼ਾਦ ਕੀਤਾ। ਆਜ਼ਾਦੀ ਦਾ ਆਨੰਦ ਮਾਣੋ, ਹੋਰਾਂ ਦੀਆਂ ਜੰਜੀਰਾਂ ਨੂੰ ਤੋੜਨ ਦਾ ਤੇ ਗੁਲਾਮੀ ਚੋਂ ਛੁੱਟਣ ਦਾ ਵਸੀਲਾ ਬਣੋ। ਪਰਮੇਸ਼ਵਰ ਦੀ ਬਰਕਤ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਪਰਮੇਸ਼ਵਰ ਦੇ ਚਾਹੁਣ ਵਾਲਿਆਂ ਦੇ ਉੱਤੇ ਬਣੀ ਰਹੇ। ਆਮੀਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।